हरकिरत सिंह बल ਵੱਲੋਂ गुरफतेह प्रवान करो। वाहिगुरु जी का खालसा वाहिगुरु जी की फतेह। गुड मॉर्निंग संगत ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਸਾਰੇ ਹੀ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਜਿਹੜੇ ਗੱਲਬਾਤ ਕਰਨ ਦੇ ਮੁੱਖ ਵਿਸ਼ੇ ਨੇ ਉਹ ਇਸ ਪ੍ਰਕਾਰ ਨੇ। ਕੇਂਦਰ ਸਰਕਾਰ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਨਵਾਂ ਪੈਂਤੜਾ, ਸਾਂਝੀ ਕਮੇਟੀ ਬਣਾਉਣ ਦੀ ਕੀਤੀ ਗਈ ਪੇਸ਼ਕਸ਼, ਟਰੈਕਟਰ ਰੈਲੀ ਦੇ ਸੰਬੰਧਿਤ ਸੁਪਰੀਮ ਕੋਰਟ ਵੱਲੋਂ ਦਖਲ ਦੇਣ ਤੋਂ ਨਾ ਕੀਤੀ ਗਈ, ਸਰਕਾਰ ਨਾਲ 11ਵੇਂ ਗੇੜ ਦੀ ਗੱਲਬਾਤ ਕੱਲ੍ਹ ਹੋਵੇਗੀ, ਦਿੱਲੀ ਧਰਨੇ 'ਚ ਸ਼ਾਮਲ 3 ਕਿਸਾਨਾਂ ਨੇ ਹੋਰ ਦਮ ਤੋੜਿਆ। ਜਿਹੜੀ ਚਿੰਤਾਜਨਕ ਸਥਿਤੀ ਹੈ ਅੰਦੋਲਨ ਦੀ, ਉਹਦੇ ਵਿੱਚ ਇਹ ਹੈ ਕਿ ਜਿਹੜੇ ਸਾਡੇ ਕਿਸਾਨ ਅੰਦੋਲਨ ਆਗੂ ਨੇ ਉਹਨਾਂ ਵੱਲੋਂ ਵੀ ਇਹ ਚਿੰਤਾ ਜ਼ਾਹਿਰ ਕੀਤੀ ਜਾਂਦੀ ਹੈ। ਜਿਹੜੇ ਕਿਸਾਨ ਸਮਰਥਕ ਨੇ ਅੰਦੋਲਨ ਦੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਨੇ, ਉਹਨਾਂ ਦੇ ਵਿੱਚ ਜਿਹੜੀ ਗਿਣਤੀ ਹੈ ਮੌਤ ਦੀ ਉਹ ਵੱਧਦੀ ਜਾ ਰਹੀ ਹੈ, ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਜਿਵੇਂ ਜਿਹੜੀਆਂ ਖਬਰਾਂ ਸਾਨੂੰ ਪ੍ਰਾਪਤ ਹੋਈਆਂ ਉਹਦੇ ਵਿੱਚ 3 ਹੋਰ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਅਕਾਲ ਚਲਾਣਾ ਕਰ ਗਏ ਨੇ। ਬਹੁਤ ਅਫਸੋਸ ਯਾਨੀ ਕਿ ਜਿਹੜੀ ਖਬਰ ਆ ਜਿਹਦੇ ਵਿੱਚ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜ਼ਹਿਰ ਖਾਣ ਨਾਲ ਹਰਿਆਣੇ ਦੇ ਕਿਸਾਨ ਜੈ ਭਗਵਾਨ ਰਾਣਾ, ਜਿਨ੍ਹਾਂ ਦੀ ਉਮਰ 42 ਸਾਲ ਦੱਸੀ ਜਾਂਦੀ ਹੈ, ਟਿੱਕਰੀ ਬਾਰਡਰ 'ਤੇ ਉਹਨਾਂ ਨੇ ਜ਼ਹਿਰ ਖਾਧੀ ਸੀ ਤੇ ਸੰਜੇ ਗਾਂਧੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਉੱਥੇ ਉਹ ਅਕਾਲ ਚਲਾਣਾ ਕਰ ਗਏ ਨੇ। ਇਸ ਤੋਂ ਬਾਅਦ ਟਿੱਕਰੀ ਬਾਰਡਰ ਤੋਂ ਇੱਕ ਹੋਰ ਖਬਰ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਨਾਭਾ ਨੇੜਲੇ ਪਿੰਡ ਤੁੰਗਾ ਦੇ ਕਿਸਾਨ ਧੰਨਾ ਸਿੰਘ ਦੀ ਠੰਡ ਲੱਗਣ ਦੇ ਕਾਰਨ ਜਿਹੜੀ ਉਹ ਮੌਤ ਹੋ ਗਈ। ਇਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਇੱਕ ਜਿਹੜੀ ਖਬਰ ਪ੍ਰਾਪਤ ਹੋਈ ਹੈ ਉਹਦੇ ਵਿੱਚ ਚਮਕੌਰ ਸਾਹਿਬ ਦੇ ਇੱਕ ਆੜ੍ਹਤੀ ਸੀ ਜਿਨ੍ਹਾਂ ਦਾ ਨਾਮ ਸੋਹਣ ਲਾਲ ਦੱਸਿਆ ਜਾਂਦਾ, ਉਮਰ 52 ਸਾਲ। ਸੋਹਣ ਲਾਲ ਪੁੱਤਰ ਬਾਂਸੀ ਲਾਲ ਇਹ ਚਮਕੌਰ ਸਾਹਿਬ ਦੇ ਆੜ੍ਹਤੀ ਸੀ। ਇਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਜਿਹੜੀ ਆ ਮੌਤ ਹੋ ਗਈ। ਇਸ ਤੋਂ ਬਾਅਦ ਇੱਕ ਖਬਰ ਹੋਰ ਪ੍ਰਾਪਤ ਹੁੰਦੀ ਹੈ ਇਸੇ ਸੰਦਰਭ ਦੇ ਵਿੱਚ, ਪਿੰਡ ਬੁਗਰਾ ਦੇ ਬਲਦੇਵ ਸਿੰਘ ਜਿਹੜੇ ਕਿ 65 ਸਾਲ ਦੇ ਸਨ। ਬਲਦੇਵ ਸਿੰਘ ਪੁੱਤਰ ਹਮੀਰ ਸਿੰਘ ਇਹ ਰੋਹਤਕ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਾਇਆ ਗਿਆ ਸੀ ਕਿਉਂਕਿ ਉੱਥੇ ਇਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਤੇ ਅੱਜ ਇਹ ਪਿੰਡ ਵਿੱਚ ਆ ਕੇ ਜਿਹੜਾ ਉਹ ਅਕਾਲ ਚਲਾਣਾ ਕਰ ਗਏ ਨੇ। ਸਾਨੂੰ ਅਫਸੋਸ ਹੈ ਜਿਹੜੀਆਂ ਇਹ ਸ਼ਹਾਦਤਾਂ ਹੋ ਰਹੀਆਂ ਨੇ, ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ, ਉਹ ਨਹੀਂ ਹੋਣਾ ਚਾਹੀਦਾ। ਤੇ ਜਿਹੜੀ ਵੱਡੀ ਸਾਡੀ ਗੱਲਬਾਤ ਦਾ ਅੱਜ ਵਿਸ਼ਾ ਹੈ, ਜਿਵੇਂ ਕੱਲ੍ਹ 20 ਜਨਵਰੀ ਸੀ। 20 ਜਨਵਰੀ ਨੂੰ ਸਭ ਨੂੰ ਪਤਾ ਹੀ ਹੈ ਕਿ 20 ਜਨਵਰੀ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ 3-4 ਜਿਹੜੀਆਂ ਅਹਿਮ ਮੀਟਿੰਗਾਂ ਸਨ ਉਹ ਹੋਈਆਂ। ਉਹਨਾਂ ਦੇ ਨਤੀਜੇ ਵੀ ਲਗਭਗ ਸਾਰਿਆਂ ਨੂੰ ਪਤਾ ਹੀ ਲੱਗ ਜਾਂਦੇ ਨੇ ਤੇ ਪਰ ਸਾਡੀ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਹਦੇ ਪਹਿਲੂ ਹੁੰਦੇ ਨੇ ਜਾਂ ਮੁੱਖ ਜਿਹੜੀਆਂ ਬਰੀਕੀਆਂ ਉਹਨਾਂ ਵਿੱਚ ਜਾਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੀ ਗੱਲਬਾਤ ਰਹੀ ਹੈ, ਕਿਵੇਂ ਹੋਇਆ ਜਿਹੜਾ ਵਰਤਾਰਾ ਕੱਲ੍ਹ ਵਰਤਿਆ। ਉਹਦੇ ਵਿੱਚ ਭਾਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ੍ਹ ਵਾਲੇ ਵਰਤਾਰੇ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਕਿਸਾਨਾਂ ਨੂੰ ਕਿ ਇੱਕ ਕਮੇਟੀ ਬਣਾ ਦਿੱਤੀ ਜਾਵੇਗੀ। ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਥੋੜ੍ਹੇ ਸਮੇਂ ਲਈ, ਸਾਲ ਜਾਂ 1.5 ਸਾਲ ਦੇ ਲਈ। ਆਦਿਕ ਜਿਹੜੇ ਇਹ ਸਰਕਾਰ ਦੇ ਜਿਹੜੇ ਨਵਾਂ ਪੈਂਤੜਾ ਖੇਲਿਆ ਗਿਆ। ਹੋਰ ਜਿਹੜੇ ਸਾਡੇ ਵਿਸ਼ੇ ਆ ਉਹਨਾਂ 'ਤੇ ਅਸੀਂ ਗੱਲਬਾਤ ਕਰਾਂਗੇ। ਹਰ ਰੋਜ਼ ਦੀ ਤਰ੍ਹਾਂ ਸਾਡੇ ਕੋਲ ਮਹਿਮਾਨ ਹੁੰਦੇ ਨੇ ਜਿਹੜੇ ਬਰੀਕੀਆਂ ਨਾਲ ਵੇਖਦੇ ਨੇ, ਇਹਨਾਂ ਮਸਲਿਆਂ ਨੂੰ ਪਕੜ ਰੱਖਦੇ ਨੇ। ਇਹਨਾਂ ਮਸਲਿਆਂ ਦੇ ਉੱਪਰ ਜਿਹੜੇ ਅੱਜ ਮਹਿਮਾਨ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦੇ ਨਾਮ ਤੋਂ ਸਾਰੇ ਹੀ ਜਾਣੂ ਨੇ ਕਿਉਂਕਿ ਨਿਰਧੜਕ ਹੋ ਕੇ, ਨਿਡਰ ਹੋ ਕੇ ਸੱਚਾਈ ਦੀ ਜਿਹੜੀ ਆਵਾਜ਼ ਆ ਉਹਨੂੰ ਪਿਛਲੇ ਸਮਿਆਂ ਦੌਰਾਨ ਉਹ ਬੁਲੰਦ ਕਰਦੇ ਆ ਰਹੇ ਨੇ। ਮੈਂ ਗੱਲ ਕਰ ਰਿਹਾ ਐਕਸ DGP ਜੇਲ੍ਹ ਪੰਜਾਬ ਸ਼੍ਰੀ ਸ਼ਸ਼ੀਕਾਂਤ ਜੀ। ਸ਼ਸ਼ੀਕਾਂਤ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੋਈ ਵੀ ਸਵਾਲ ਸ਼ਸ਼ੀਕਾਂਤ ਜੀ ਤੋਂ ਪੁੱਛਣਾ ਚਾਹੁੰਦੇ ਹੋ ਪੰਜਾਬ ਦੇ ਜਿਹੜੇ ਕਿਸਾਨੀ ਦੇ ਮਸਲੇ ਆ ਜਾਂ ਪੰਜਾਬ ਦੇ ਹੋਰ ਮਸਲੇ ਉਹਨਾਂ ਦੇ ਸੰਬੰਧਿਤ ਜਾਂ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡਾ ਸਵਾਗਤ ਹੈ।
शशिकांत जी, सब तो पहला तो जिमें पंजाब लई मैं गल कर रहा सी पहला, एक मंदभागी जिहड़ा वरतारा वरत रहा है, लगातार जिहड़े किसान है उन्हां दी मौत हो रही है, जिहड़ी गिणती वध रही है, किवें चिंताजनक विषय नूं वेखदे हो? क्योंकि सरकार दा कोई भी नोटिस गंभीर नहीं आ रहा, कोई चिंता दी जां अपने सोशल मीडिया राही ना ही कोई केंद्रीय मंत्री वालों इसका दुखदायक जिहड़ा वरतारा हो रहा उहदी कोई चिंता की जा रही है। जिमें कि पिछले समय दौरान जिहड़ी मीटिंग हुई सी उहदे विच भी किसानां वालों ही अपने साथियों नूं जिहड़ी श्रद्धांजलि दित्ती गई सी, मौन वर्त रखा गया सी, पर वो भी मजबूरी वस केंद्रीय मंत्री ने सहयोग दिता सी। किवें वेखदे हो जिहड़ा वरतारा चल रहा है? देखो, जिहड़ी भी घटनावां हो रही ने साडे पंजाब दे ही नहीं, हरियाणा, यूपी, बाकी थावां दे हो जिहड़े भी किसान भरा हैगे ने, परिवार हैगे ने साडे, असीं सारे बेसिकली किसी ना किसी पिंड तो ही उठ के आए हैगे हैं। कोई ये नहीं हैगा चाहे 5 वरे हो गए हों या 50 हो गए हों या 500 हो गए हों। जिहड़ा कुछ भी होया हैगा मैं समझना हैगा सारी जिहड़ा घटनावां हैगियां ने इन्हां दा जिहड़ा घटनाक्रम हैगा बड़ा ही मनभागी हैगा। मैनूं पता नहीं कि लोकां नूं ये जिहड़े नवे कानून बने हैगे ने इन्हां दे बारे किन्नी जानकारी हैगी है, मैनूं नहीं पता जी। पर इत्थे मैं कहना चाहांगा कानून जिहड़े होंदे हैगे ने आम तौर ते मोटे तौर ते 2 किस्म के होंदे हैगे ने। एक कानून होंदे हैगे ने जिस तरह कि साडी IPC हैगी है या होर भी किसी कोई भी उसे मुल्क ले लो, उन्हां दे जिहड़े कानून हैगे ने कि जिहड़ा किसी इंसान वालों किसी होर इंसान दे नाल कोई गलत काम होंदा हैगा, धोखाधड़ी होंदी हैगी है, मर्डर हो गया, चोरी हो गई, डकैती हो गई, कोई भी इनू असीं कहंदे ने चाहे क्राइम अगेंस्ट पर्सन हो गया, व्यक्ति के खिलाफ कोई जुर्म हो गया या प्रॉपर्टी के खिलाफ कोई जुर्म हो गया, इन्हां दे बारे कानून जिहड़े हैगे ने लगातार बनते जांदे हैगे ने। सरकार दा मैं समझना हैगा पूरा हक हैगा इस तरह दे कानूनां नूं बनाउण लई। ते दूजे कानून आंदे हैगे ने जिहड़े कि इस तरह दे नहीं हैगे ने, पर जिहड़ा साडी जिहड़ी पॉपुलेशन हैगी है या ओहदा एक पर्टिकुलर सैगमेंट हैगा, एक हिस्सा हैगा, उहनूं इफेक्ट करते हैगे ने। ये जिहड़े 3 कानून बने हैगे ने इन्हां दा संबंध दूजे टाइप जिहड़ी मैं गल कीती हैगी है ओहदे नाल ही हैगा जी। ये तुहानूं पता होवे कानून जिहड़े बने सन बेसिकली मोटे तौर ते 3 बने सन जी। पहला जिहड़ा हैगा वो सी एसेंशियल कमोडिटीज अमेंडमेंट बिल, जिन्हां नूं असीं कह सकदे हैगे ने एसेंशियल कमोडिटीज अमेंडमेंट बिल कह सकदे हैगे। अब एसेंशियल कमोडिटी एक्ट जिहड़ा हैगा कोई नवा नहीं हैगा, ये बनिया सी वे बैक आई थिंक इफ आई एम नॉट रॉन्ग शायद 56-55 च बनिया सी जी। ਇਹਦਾ ਮਤਲਬ ਹੈਗਾ ਹੈ ਕਿ ਜਿਹੜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਸੋਸਾਇਟੀ ਹੈਗੀ ਹੈ ਉਹਦੇ ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਹੈਗੀਆਂ ਨੇ, ਚਾਹੇ ਉਹਦੇ ਚ ਖਾਣ ਪੀਣ ਦੀ ਗੱਲਾਂ ਚੀਜ਼ਾਂ ਹੈਗੀਆਂ ਨੇ, ਫਰਟੀਲਾਈਜ਼ਰ ਹੈਗਾ, ਫੂਡ ਸਟਫ ਹੈਗਾ, ਪੈਟਰੋਲੀਅਮ ਹੈਗਾ, ਰॉ ਮਟੀਰੀਅਲ ਹੈਗਾ, ਉਹ ਉਹਦੇ ਚ ਆਉਂਦਾ ਹੈਗਾ। ਤੇ ਉਹਦੇ ਚ ਇਹ ਹੁੰਦਾ ਹੈਗਾ ਕਿ ਇਹ ਮਟੀਰੀਅਲ ਜਿਹੜਾ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਚ ਆਉਂਦਾ ਹੈਗਾ, ਜਦੋਂ ਕਿ ਉਹਨੂੰ ਸਰਕਾਰ ਵੱਲੋਂ ਇੱਕ ਪ੍ਰੋਟੈਕਸ਼ਨ ਦਿੱਤਾ ਜਾਂਦਾ ਹੈਗਾ। ਹੁਣ ਜਿਹੜਾ ਨਵਾਂ ਕਾਨੂੰਨ ਬਣਿਆ ਸੀ ਉਹਦੇ ਚ ਇਹ ਹੈਗਾ ਫੂਡ ਸਟਫ ਜਿਹੜਾ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, यानी एसेंशियल कमोडिटी नहीं रह गई। ये जिहड़ा हैगा कॉमन जिहड़ा एक मार्केट प्लेस हैगा उहदे जिहड़े कानून होंदे ने, उहदा जिहड़ा सिस्टम होंदा हैगा उस हिसाब नाल आंदा हैगा ते इहदे च कोई भी बंदा उहदा प्राइस वधा सकदा है, घटा सकदा हैगा, इकट्ठा कर सकदा हैगा, होर्डिंग कर सकदा हैगा, ऑल सॉर्ट्स ऑफ थिंग्स। दूजी आंदी हैगी है दूजा बिल जिहड़ा हैगा जिन्हों असीं कहंदे ने मार्केट प्लेस बिल, इनू जिहड़ा ना दिता गया सी, दिता गया सी फार्मर्स प्रोड्यूस ट्रेड एंड कॉमर्स प्रोटेक्शन एक्ट। इहदे मोटे तौर ते गल ये हैगी है कि हर जिहड़ा स्टेट हैगी है वो जिस तरह साडे मार्केट कमेटी होंदी ने, मंडी कमेटी होंदी हैगी है, वो होंदी हैगी ने बेसिकली स्टेट सब्जेक्ट हैगा। वो मंडी कमेटीज़ दा काम ये होंदा हैगा कि जिहड़ा भी उन्हां दे कोल अनाज आया हैगा ओहदा सही जिहड़ा हैगा वो जिहड़ा कीमत हैगी है वो अदा करनी हैगी है, MSP हैगा वगैरह वगैरह वो सारी वेखनी हैगी है। अब ये जिहड़ा कानून आया हैगा इहदे च कहता पूरा जिहड़ा मुल्क हैगा इंटरनेशनल जिहड़ा हैगा इको मार्केट प्लेस हैगा, एक मंडी एक देश दा नाम, एक मंडी एक देश हैगा। इहदा मतलब हैगा कि जिहड़ा एक कानून सी कि जिहड़ा मिनिमम प्राइस दा हैगा सपोर्ट प्राइस दा MSP दा हैगा वो कॉन्सेप्ट ही खत्म हो गया। जदों कॉन्सेप्ट ही खत्म हो गया तो नैचुरली तो नुकसान किन्नू होएगा, ਉਹਦਾ नुकसान हैगा ਜਿਹੜੇ ਸਾਡੇ किसान भरा हैगे ने किसी भी मुल्क के किसी भी हिस्से दे होण जी, उन्हां दा जिहड़ा हैगा जो उन्हां MSP नहीं मिलेगा तो फिर नैचुरली किस तरह काम करनगे। और तीजा आ गया हैगा जिहड़े कॉन्ट्रैक्चुअल ट्रेडिंग हो सकती हैगी है जी। देखो कॉन्ट्रैक्चुअल ट्रेडिंग पहले भी एक तरीके नाल होंदी सी, ਤੁਹਾਨੂੰ पता है साडे आड़ती जिहड़े हैगे ने कहंदे सन कि ओके जिहड़ा जिन्ना भी खेती च होएगा ਅਸੀਂ ले लेंगे, पर ਉਹਦੇ ਚ ਕੀ ਹੈਗਾ आड़ती जिहड़े सन लोकल सन
ਕਿਸਾਨ ਵੀ ਲੋਕਲ ਹੈਗੇ, ਉਹਨਾਂ ਦੇ ਵਿਚਕਾਰ ਇੱਕ ਸੋਸ਼ਲ ਵਰਤਾਵਾ ਵੀ ਹੈਗਾ। ਕਿਸਾਨਾਂ ਚੋਂ ਨਿਕਲ ਕੇ ਆਏ, ਕਿਸਾਨਾਂ ਤੋਂ ਨਿਕਲ ਕੇ ਆਏ ਹੈਗੇ ਨੇ। ਹੁਣ ਵੱਡੀ ਵੱਡੀ ਜਿਹੜੀ ਕੰਪਨੀਆਂ ਹੈਗੀਆਂ ਨੇ ਉਹ ਆ ਜਾਣਗੀਆਂ, ਉਹਨਾਂ ਨੇ ਕਹਿ ਦਿੱਤਾ ਕਿ ਲੋਕਾਂ ਦੇ ਨਾਲ ਅਸੀਂ ਕੰਟਰੈਕਟ ਕਰ ਸਕਦੇ ਹੈਗੇ ਆ ਤੇ ਕੁਆਲਿਟੀ ਸਾਡੇ ਹਿਸਾਬ ਦੇ ਨਾਲ ਹੋਏਗੀ। ਕੁਆਲਿਟੀ ਜਿਹੜੀ ਹੈਗੀ, ਤੁਸੀਂ ਮੈਨੂੰ ਕੋਈ ਵੀ ਅਨਾਜ ਦੇ ਦਿਓ, ਜੇ ਮੈਂ 100 ਖਾਮੀ ਨਿਕਾਲ ਸਕਦਾ ਹੈਗਾ, 100 ਉਹਦੇ ਚ ਮੈਂ ਕਹਿ ਸਕਦਾ ਚੰਗੀ ਗੱਲਾਂ ਹੈਗੀਆਂ ਨੇ ਜੀ। ਔਰ ਦੂਜੀ ਸਮੱਸਿਆ ਇਹ ਹੈਗੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਹੀਂ, ਪੂਰੇ ਮੁਲਕ ਦੇ ਵਿੱਚ 80% ਤੋਂ ਜ਼ਿਆਦਾ ਜਿਹੜੇ ਫਾਰਮਰਸ ਹੈਗੇ ਨੇ, ਉਹ ਜਿਹੜੇ ਹੈਗੇ ਨੇ ਛੋਟੀ ਜਿਨ੍ਹਾਂ ਦੇ ਖੇਤ ਹੈਗੇ ਨੇ ਉਹਦੇ ਚਾਹੁੰਦੇ ਹੈਗੇ ਨੇ। ਜਿਹੜੇ ਵੱਡੇ ਹੈਗੇ ਨੇ ਫਾਰਮਰ, ਜਿਨ੍ਹਾਂ ਦੇ ਕੋਲ ਕਈ ਹਜ਼ਾਰ ਸੈਂਕੜਾ ਜਿਹੜਾ ਵੀ ਹੈਗਾ ਇੰਨੀ ਜ਼ਮੀਨ ਹੈਗੀ ਹੈ, ਉਹ ਕੋਰਟ ਦੇ ਵਿੱਚ ਜਾ ਕਰਕੇ ਜੇ ਉਹਨਾਂ ਨੂੰ ਸਹੀ ਪ੍ਰਾਈਸ ਨਹੀਂ ਮਿਲ ਰਿਹਾ ਹੈਗਾ, ਲੜ ਸਕਦੇ ਹੈਗੇ ਨੇ। ਜਿਹਦੇ ਕੋਲ 2.5 ਕਿੱਲੇ ਜ਼ਮੀਨ ਹੈਗੀ ਹੈ, 2 ਕਿੱਲੇ ਜ਼ਮੀਨ ਹੈਗੀ ਹੈ, 5 ਕਿੱਲੇ ਜ਼ਮੀਨ ਹੈ, ਉਹ ਕਿੱਥੇ ਜਾਏਗਾ? ਵਕੀਲਾਂ ਦੀਆਂ ਫੀਸਾਂ ਵੀ ਦੇਖ ਵਕੀਲਾਂ ਦੀ ਫੀਸਾਂ ਜਿਹੜੀ ਹੈਗੀਆਂ ਨੇ, ਲੋਕਾਂ ਨੇ ਤੇ ਜਿਹੜੇ ਕਾਰਪੋਰੇਸ਼ਨਸ ਹੈਗੇ ਨੇ ਉਹਨਾਂ ਨੇ ਤਾਂ ਉਹਨੂੰ ਲੁੱਟ ਖਾ ਲੈਣਾ ਹੈਗਾ। ਤੇ ਇਸ ਕਰਕੇ ਜਿਹੜਾ ਐਜੀਟੇਸ਼ਨ ਚੱਲਿਆ ਹੈਗਾ, ਮੈਂ ਸਮਝਣਾ ਹੈਗਾ, ਮੇਰੀ ਆਪਣੀ ਪਰਸਨਲ ਰਾਏ ਹੈਗੀ ਹੈ, ਸਹੀ ਹੈਗੀ ਹੈ ਤੇ ਉਹਨਾਂ ਦੇ ਨਾਲ ਮੈਂ ਖੜਨਾ ਹੈਗਾ। ਔਰ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਸੀ ਕਿ ਹੁਣ ਜਿਹੜਾ ਸਰਕਾਰ ਵੱਲੋਂ ਆਇਆ, ਮੈਂ ਜਿਹੜੀ ਸੁਣ ਰਿਹਾ ਸੀ ਕਿ ਕੁਝ ਪੋਸਟਪੋਨਮੈਂਟ ਹੋ ਗਿਆ, ਉਹਦੇ ਚ ਗੱਲ ਇਹ ਹੈਗੀ ਹੈ, ਮੈਂ ਆਪਣੇ ਉੱਤੇ ਹੀ ਗੱਲ ਕਰਨਾ ਹੈਗਾ, ਕਿਸੇ ਹੋਰ ਤੇ ਨਹੀਂ ਕਰਨਾ ਹੈਗਾ। ਮੈਂ ਸਰਕਾਰ ਦਾ ਹਿੱਸਾ ਰਹਿ ਚੁੱਕਿਆ ਹੈ ਆਲਮੋਸਟ ਫॉर 40 ਵਰੇ ਤੱਕ ਜੀ। ਸਾਡੀ ਜਦੋਂ ਵੀ ਕੋਈ ਐਜੀਟੇਸ਼ਨ ਹੁੰਦਾ ਹੈਗਾ, ਸਾਡਾ ਕੀ ਹੁੰਦਾ ਹੈਗਾ, ਸਰਕਾਰ ਵੱਲੋਂ ਕੀ ਹੁੰਦਾ ਸੀ, ਔਰ ਮੇਰੇ ਖਿਆਲ ਉਹੀ ਹਮੇਸ਼ਾ ਹੁੰਦਾ ਰਹੇਗਾ ਕਿ ਇਹ ਐਜੀਟੇਸ਼ਨ ਜਿਹੜਾ ਹੈਗਾ ਇਹਨੂੰ ਕਿਸ ਤਰ੍ਹਾਂ ਪੰਨਿਆ ਜਾ ਸਕਦਾ ਹੈਗਾ। ਜੇ ਛੋਟਾ ਐਜੀਟੇਸ਼ਨ ਹੈਗਾ, ਛੋਟੇ ਉੱਤੇ ਬੰਦੇ ਹੈਗੇ ਨੇ, ਕੁੱਟ ਕੁਟਾ ਕੇ ਉਹਨਾਂ ਨੂੰ ਭੇਜ ਦਿਓ ਵਾਪਸ। ਜੇ ਥੋੜਾ ਵੱਡਾ ਹੈਗਾ, ਉਹਨਾਂ ਦੇ ਨਾਲ ਗੱਲ ਕਰੋ, ਉਹਨਾਂ ਨੂੰ 2 ਫਾੜ 3 ਫਾੜ 4 ਫਾੜ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਆਪਸ ਦੇ ਵਿੱਚ ਹੀ ਲੜ ਮੜ ਕੇ ਖਤਮ ਹੋ ਜਾਣ, ਐਜੀਟੇਸ਼ਨ ਜਿਹੜਾ ਹੈਗਾ ਮੁੱਕ ਜਾਣ। ਲਾਸਟ ਜਿਹੜੀ ਸਟ੍ਰੈਟਜੀ ਆਂਦੀ ਹੈਗੀ ਉਹ ਆਂਦਾ ਹੈਗਾ, ਅੱਛਾ ਇਹ ਮੁੱਦਾ ਹੈਗਾ, ਇਹਦੇ ਚ ਅਸੀਂ ਇੱਕ ਕਮੇਟੀ ਬਣਾਣੇ ਹੈਗੇ, ਕੋਈ ਕੁਝ ਕਰਨੇ ਹੈਗੇ ਤਾਂ ਕਿ ਗੱਲ ਜਿਹੜੀ ਹੈਗੀ ਠੰਡੀ ਪੈ ਜਾਏ, ਲਟਕ ਜਾਏ, ਠੰਡੇ ਬਸਤੇ ਤੇ ਚਲੀ ਜਾਏ। ਓਕੇ, ਇੱਥੇ ਕੋਰਟ ਨੇ ਕਹਿ ਦਿੱਤਾ ਕਮੇਟੀ ਬਣੇਗੀ, ਫਾਈਨ, ਲਵਲੀ, ਬਹੁਤ ਚੰਗੀ ਗੱਲ ਹੈਗੀ। ਉਹਦੇ ਚ ਹਾਲੇ ਕੁਝ ਮੈਂਬਰ ਜਿਹੜੇ ਹੈਗੇ ਨੇ, ਭੁਪਿੰਦਰ ਸਿੰਘ ਮਾਨ ਵਗੈਰਾ, ਉਹ ਸਾਰੇ ਫਿਰ ਉਹਦੇ ਚੋਂ ਹਟ ਗਏ। ਹੁਣ ਸਰਕਾਰ ਵੱਲੋਂ ਜਿਹੜਾ ਆਇਆ ਹੈਗਾ ਹੈ ਕਿ 1.5 ਵਰੇ, ਇੱਕ ਵਰਾ ਤੇ 6 ਮਹੀਨੇ, 1.5 ਵਰਸ ਲਈ ਜਿਹੜਾ ਹੈਗਾ ਇਹਨੂੰ ਪੋਸਟਪੋਨ ਕੀਤਾ ਜਾਂਦਾ ਹੈ। ਇਹ ਸਾਰੀ ਗੱਲ ਮੁਕਾ ਕੇ ਜਿਹੜਾ ਮੇਰਾ ਆਪਣਾ ਪਰਸਨਲ ਵਿਊ ਹੈਗਾ, ਇੱਕ ਜਾਬਤਾ ਹੈਗਾ, ਠੰਡੇ ਬਸਤੇ ਚ ਪਾ ਦਿਓ ਔਰ ਤਾਂ ਕਿ ਫਿਰ ਤੋਂ ਇਹ ਗੱਲ ਨਾ ਹੋ ਸਕੇ। ਔਰ ਇਹਦਾ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਹੈਗਾ ਜੀ। ਅੰਨਾ ਹਜ਼ਾਰੇ ਦਾ ਨਾਂ ਤਾਂ ਸੁਣਿਆ ਹੋਣਾ ਹੈਗਾ। ਜਦੋਂ ਉਹਨਾਂ ਦਾ ਪਹਿਲੇ ਐਜੀਟੇਸ਼ਨ ਹੋਇਆ ਸੀ ਲੋਕਪਾਲ ਐਕਟ ਦੇ ਉੱਤੇ, ਪੂਰੇ ਮੁਲਕ ਦੇ ਵਿੱਚ ਸ਼ੋਰ ਮਚ ਗਿਆ ਸੀ। ਉਹਨਾਂ ਨੂੰ ਕਿੰਨੀ ਸਫਲਤਾ ਪ੍ਰਾਪਤ ਹੋਈ ਸੀ, ਕਿੰਨਾ ਉਹਨਾਂ ਦਾ ਸਰਕਾਰਾਂ ਵੀ ਉਸ ਵੇਲੇ ਹਿਲ ਗਈਆਂ ਸਨ। ਪਰ ਉਹ ਗੱਲ ਜਿਹੜੀ ਹੈਗੀ ਉਸ ਵੇਲੇ ਕਿਸ ਤਰੀਕੇ ਨਾਲ ਇਸ ਤਰ੍ਹਾਂ ਹੀ ਗੱਲ ਕਰਕੇ ਠੰਡੇ ਬਸਤੇ ਚਲੀ ਗਈ ਸੀ ਕਿ ਹਾਂ ਕਰਾਂਗੇ, ਵੇਖਾਂਗੇ, ਕਮੇਟੀ ਬਣਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਗੱਲ ਮੁੱਕ ਗਈ। ਉਹਦੇ ਬਾਅਦ ਅੰਨਾ ਹਜ਼ਾਰੇ ਨੇ ਕਿੰਨੀ ਹੋਰ ਕੋਸ਼ਿਸ਼ਾਂ ਕੀਤੀਆਂ ਕਿ ਫਿਰ ਲੋਕਾਂ ਨੂੰ ਮੋਬਿਲਾਈਜ਼ ਕਰਨਗੇ, ਮੋਬਿਲਾਈਜ਼ ਨਹੀਂ ਹੁੰਦੇ। ਲੋਕਾਂ ਦਾ ਸਾਰਿਆਂ ਦਾ ਆਪਣਾ ਪਰਿਵਾਰ ਹੈਗਾ, ਉਹਨਾਂ ਨੂੰ ਰੋਟੀ ਕਮਾਣੀ ਹੈਗੀ, ਆਪਣੇ ਪਰਿਵਾਰ ਚਲਾਣੇ ਹੈਗੇ ਨੇ। ਜੇ ਕੋਈ ਗੱਲ ਜਿਹੜੀ ਹੈਗੀ ਇੱਕ ਠੰਡੇ ਬਸਤੇ ਦੇ ਵਿੱਚ ਚਲੀ ਜਾਏ ਤੇ ਉਹਨੂੰ ਫਿਰ ਤੋਂ ਖੜਾ ਕਰਨਾ ਔਖਾ ਹੁੰਦਾ ਹੈ। ਇਹ ਕੁਦਰਤੀ ਵਰਤਾਰਾ ਹੈ ਕਿ ਇੱਕ ਸਮਾਂ ਹੀ ਬਣਦਾ ਅਜਿਹਾ ਜਿਹੜਾ ਅੰਦੋਲਨ ਇਕੱਠਾ ਹੁੰਦਾ ਜੀ, ਕੁਦਰਤੀ ਹੁੰਦਾ ਵੀ, ਨਹੀਂ ਤਾਂ ਬਹੁਤ ਘੱਟ ਦੇਖਿਆ ਜਾਂਦਾ ਕਿ ਜਿਹੜਾ ਲੋਕਾਂ ਦੀ ਸਹਿਮਤੀ ਆ ਇੱਕ ਮੁੱਦੇ ਪਰ, ਇਸ ਤਰ੍ਹਾਂ ਜਿਵੇਂ ਹੁਣ ਵੇਖਿਆ ਜਾ ਰਿਹਾ ਅੰਦੋਲਨ, ਬਹੁਤ ਘੱਟ ਮੌਕੇ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਜਿਹੜੀ ਉਹ ਚਾਹੁੰਦੀ ਆ ਵੀ ਇਹਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇ, ਕਿਉਂਕਿ ਅੱਜ ਕੱਲ੍ਹ ਨੂੰ ਫਿਰ ਸਰ 11ਵੇਂ ਗੇੜ ਦੀ ਜਿਹੜੀ ਮੀਟਿੰਗ ਆ, ਜਿਹੜੀਆਂ 10 ਮੀਟਿੰਗਾਂ, ਉਹਦੇ ਵਿੱਚ ਵੀ ਕਿਸਾਨ ਆਗੂਆਂ ਨੂੰ ਵੀ ਪਤਾ ਹੁੰਦਾ ਵੀ ਕੁਝ ਖਾਸ ਨਿਕਲ ਕੇ ਨਹੀਂ ਆਉਂਦਾ, ਪਰ ਫਿਰ ਵੀ ਉਹ ਕਹਿੰਦੇ ਅਸੀਂ ਲੋਕਤੰਤਰ ਆ ਜਿਹੜੇ ਉਹਦਾ ਸਤਿਕਾਰ ਕਰਦੇ ਆ, ਅਸੀਂ ਜਾਂਦੇ ਆ ਬਾਰ-ਬਾਰ। ਜਿਵੇਂ ਬਹੁਤ ਦੇਰ ਬਾਅਦ ਸੁਪਰੀਮ ਕੋਰਟ ਦੇ ਕਦੇ ਪਾਲੇ ਵਿੱਚ ਚਲੇ ਜਾਂਦੀ ਹੈ ਗੇਂਦ, ਕਦੇ ਕੇਂਦਰ ਦੇ, ਕਦੇ ਕਿਸਾਨਾਂ ਤੇ ਸਿੱਟ ਦਿੱਤਾ ਜਾਂਦਾ। ਜਿਵੇਂ ਜਿਹੜੀ ਵੱਡੀ ਗੱਲ ਹੈ, ਕੱਲ ਉਹਨਾਂ ਨੇ ਕਿਹਾ ਸੀ ਕਿ ਇੱਕ ਕਮੇਟੀ ਬਣਾ ਦਿੱਤੋ, ਭਾਵੇਂ ਕਿ ਕਿਸਾਨਾਂ ਨੇ ਮੌਕੇ ਪਰ ਕਹਿ ਦਿੱਤਾ ਸੀ ਕਿ ਅਜਿਹਾ ਕੁਝ ਨਹੀਂ ਹੋਵੇਗਾ, ਪਰ ਅੱਜ ਜਿਹੜੇ ਕਿਸਾਨ ਆ ਉਹ ਫਿਰ ਜਿਹੜੇ ਸੰਯੁਕਤ ਕਿਸਾਨ ਮੋਰਚਾ, ਉਹਦੀ ਅੱਜ ਮੀਟਿੰਗ ਆ, ਉਹਦੇ ਵਿੱਚ ਜਿਹੜਾ ਇਹ ਸਾਰਾ ਵਰਤਾਰਾ ਕੇਂਦਰ ਨੇ ਸੁਝਾ ਦਿੱਤਾ, ਉਹਦੇ ਪਰ ਗੱਲਬਾਤ ਹੋਵੇਗੀ। ਪਰ ਲੱਗਦਾ ਨਹੀਂ, ਕਿਉਂਕਿ ਕਿਸਾਨਾਂ ਦਾ ਸ਼ੁਰੂ ਤੋਂ ਜਿਹੜੀ ਉਹ ਸਾਫ਼ ਡਿਮਾਂਡ ਹੈ। ਪਰ ਕੇਂਦਰ ਨੂੰ ਕਿਉਂ ਤਕਲੀਫ ਹੋ ਰਹੀ ਹੈ ਜੀ ਇਹ? ਕਿਉਂਕਿ ਸ਼ੁਰੂ ਤੇ ਜਦੋਂ ਤੋਂ ਇਹ ਅੰਦੋਲਨ ਚੱਲਿਆ, ਕਿਹਾ ਜਾ ਰਿਹਾ ਕਿ ਉਹ ਜਦੋਂ ਚੱਲੇ ਆ 26 ਨਵੰਬਰ ਤੋਂ, ਉਹਨਾਂ ਨੇ ਆਪਾਂ ਕਾਲ ਲੈਂਦੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਜੀਤ ਸਿੰਘ ਚੀਮਾ ਬੋਲਦਾ ਜੀ। ਬਲ ਸਾਹਿਬ ਸਤਿ ਸ਼੍ਰੀ ਅਕਾਲ। ਚੀਮਾ ਜੀ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੀ ਦੇਖੋ, ਪਹਿਲੀ ਗੱਲ ਤਾਂ ਮੈਂ ਜਿਹੜੀ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ, ਬੜੇ ਵਧੀਆ ਤਰੀਕੇ ਨਾਲ ਵੀ ਇਹ ਸਰਕਾਰਾਂ ਦੇ ਲਾਰੇ ਤੇ ਮੁੰਡੇ ਰਹਿਣ ਕੁਆਰੇ, ਹਾਂਜੀ।
ਤੇ ਦੂਜੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਵੀ ਇਹ ਜਿਹੜੀ ਮੀਟਿੰਗ ਆ ਇਹ ਗ੍ਰਹਿ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਨਾਲ ਕਿਉਂ ਨਹੀਂ ਮੰਗ ਕਰਦੀ ਯੂਨੀਅਨ? ਜੀ ਜੇ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਠੀਕ ਹੈਗੀ ਹੈ, ਕਿਉਂਕਿ ਸਾਡਾ ਮੁਲਕ ਦਾ ਜਿਹੜਾ ਸਿਸਟਮ ਹੈਗਾ ਅੱਜ ਦੇ ਤਰੀਕੇ ਦੇ ਵਿੱਚ ਉਹ ਕਹਿਣ ਨੂੰ ਠੀਕ ਹੈਗਾ, ਡੈਮੋਕ੍ਰੇਸੀ ਹੈਗੀ ਹੈ, ਪਰ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਹਮੇਸ਼ਾ ਇੱਕ ਸੁਪਰੀਮ ਹੈਗਾ। ਕੋਈ ਵੀ ਗੱਲ ਜਿਹੜੀ ਹੈਗੀ ਇੰਪੋਰਟੈਂਟ ਡਿਸੀਜਨਸ ਹੈਗੇ ਨੇ ਉਹ ਬਗੈਰ ਪ੍ਰਧਾਨ ਮੰਤਰੀ ਦੇ ਇਸ਼ਾਰੇ ਦੇ, ਬਗੈਰ ਪ੍ਰਧਾਨ ਮੰਤਰੀ ਦੇ ਇੰਟਰਵੈਂਸ਼ਨ ਦੇ ਨਹੀਂ ਹੋ ਸਕਦੀ। ਜੇ ਅਸੀਂ ਕਹਿੰਦੇ ਹੈਗੇ ਆ ਕਿ ਸਾਡੇ ਕੋਲ ਡੈਮੋਕ੍ਰੇਸੀ ਹੈਗੀ ਹੈ ਤੇ ਹੈਗੀ ਹੈ, ਤਾਂ ਫਿਰ ਚਾਹੇ ਪ੍ਰਾਈਮ ਮਿਨਿਸਟਰ ਹੋਏ ਚਾਹੇ ਪ੍ਰੈਜ਼ੀਡੈਂਟ ਹੋਏ, ਕਿਸੇ ਨੂੰ ਵੀ ਕੋਈ ਜਿਹੜੇ ਕਿੱਥੋਂ ਆਉਂਦੇ ਹੈਗੇ ਨੇ, ਸਪੋਰਟ ਕੌਣ ਕਰਦਾ ਹੈਗਾ? ਅਲਟੀਮੇਟਲੀ ਜਿਹੜੀ ਹੈਗੀ ਹੈ ਜਨਤਾ ਕਰਦੀ ਹੈਗੀ ਹੈ। ਤੇ ਉਹਨਾਂ ਨੂੰ ਜਨਤਾ ਦੇ ਮੂਹਰੇ ਜਾਣ ਚ ਕੀ ਸੰਕੋਚ ਹੈਗਾ ਹੈ, ਮੈਂ ਨਹੀਂ ਸਮਝ ਸਕਦਾ। ਮੈਂ ਸਮਝਣਾ ਹੈਗਾ ਕਿ ਇਹ ਜਿਹੜੇ ਸਾਡੇ ਕਿਸਾਨ ਭਾਈ ਉੱਥੇ ਬੈਠੇ ਹੈਗੇ ਨੇ ਬੜੇ ਨੈਚੁਰਲੀ ਸੂਝਵਾਨ ਹੈਗੇ ਨੇ, ਵੱਡੀ ਉਮਰ ਦੇ ਹੈਗੇ ਨੇ, ਉਹਨਾਂ ਸਾਰੀ ਦੁਨੀਆ ਵੇਖੀ ਹੈਗੀ ਹੈ। ਯੈਸ, ਉਹਨਾਂ ਨੂੰ ਕਰਨਾ ਚਾਹੀਦਾ ਹੈਗਾ। ਜਿਹੜੀ ਜਦੋਂ ਵੀ ਗੱਲ ਹੁੰਦੀ ਹੈ ਲਾਅ ਐਂਡ ਆਰਡਰ, ਤੁਸੀਂ ਦੇਖਿਆ ਪੰਜਾਬ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਲੋਕੀ ਸਿੱਧੇ ਕਹਿੰਦੇ ਨੇ ਜੈਸੀ ਜਾਂ ਤੇ ਡੀਸੀ ਨਾਲ ਗੱਲ ਕਰਨੀ ਹੈਗੀ ਹੈ ਜਾਂ ਸੀਐਮ ਨਾਲ ਗੱਲ ਕਰਨੀ ਹੈਗੀ ਹੈ, ਕਿਉਂਕਿ ਪਤਾ ਹੈ ਪਾਵਰ ਉੱਥੋਂ ਹੈਗੀ ਹੈ। ਉਹੀ ਗੱਲ ਇੱਥੇ ਹੈਗੀ ਹੈ, ਹਰ ਚੀਜ਼ ਜਿਹੜੀ ਹੈਗੀ ਡਿਰਾਈਵ ਹੁੰਦੀ ਹੈਗੀ ਹੈ ਪ੍ਰਧਾਨ ਮੰਤਰੀ ਦੇ ਵੱਲੋਂ। ਤੇ ਮੈਂ ਸਮਝਣਾ ਹੈਗਾ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ, ਸਾਡੇ ਕਿਸਾਨ ਭਰਾਵਾਂ ਨੂੰ ਕਰਨਾ ਚਾਹੀਦਾ ਹੈਗਾ। ਹਾਂ, ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰੋ, ਕਿਉਂਕਿ ਜਿਹੜਾ ਗ੍ਰਹਿ ਮੰਤਰੀ ਹੈਗੇ ਨੇ, ਕ੍ਰਿਸ਼ੀ ਮੰਤਰੀ ਹੈਗੇ ਨੇ, ਉਹਨਾਂ ਨੇ ਵੀ ਅਲਟੀਮੇਟਲੀ ਪੀਐਮ ਦੇ ਕੋਲ ਜਾ ਕੇ ਇੰਸਟਰਕਸ਼ਨਸ ਲੈਣੀਆਂ ਹੈਗੀਆਂ ਨੇ। ਜੀ ਤੇ ਬਾਕੀ ਮੈਂ ਚਾਹੁੰਦਾ ਵੀ ਜਿਹੜੇ ਇਹਨਾਂ ਨੂੰ ਹੁਣ ਅੜੇ ਰਹਿਣਾ ਚਾਹੀਦਾ, ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਨੇ ਬਹੁਤ ਏਡਾ ਵੱਡੀ ਐਜੂਕੇਸ਼ਨ ਬੜੀ ਔਖੀ ਆ ਚਲਾਉਣੀ, ਉਹਨਾਂ ਨੇ ਬਹੁਤ ਬੱਲੇ ਬੱਲੇ ਕੀਤੀ ਹੈ ਨਹੀਂ। ਹਾਂ, ਬਿਲਕੁਲ ਠੀਕ ਹੈ। ਤਾਂ ਹੀ ਮੈਂ ਕਿਹਾ ਕਿ ਅਸੀਂ ਕੋਈ ਵੀ ਬੰਦਾ ਕਿਸੇ ਦੇ ਉੱਤੇ ਜ਼ੋਰ ਨਹੀਂ ਪਾ ਸਕਦਾ ਹੈਗਾ। ਸਾਡੇ ਕਿਸਾਨ ਭਰਾ ਜਿਹੜੇ ਹੈਗੇ ਨੇ, ਉਹਨਾਂ ਦੇ ਜਿਹੜੇ ਲੀਡਰਸ ਹੈਗੇ ਨੇ, ਸੂਝਵਾਨ ਹੈਗੇ ਨੇ, ਉਹਨਾਂ ਨੂੰ ਸਾਰਾ ਪਤਾ ਹੈਗਾ। ਨਾ ਅਸੀਂ ਉਹਨਾਂ ਤੇ ਪ੍ਰੈਸ਼ਰ ਪਾ ਸਕਦੇ ਹੈਗੇ ਨੇ, ਨਾ ਕੋਈ ਸਰਕਾਰ ਜਾਂ ਕੋਈ ਹੋਰ ਅਧਾਰਾ ਜਿਹੜਾ ਹੈਗਾ ਨਹੀਂ ਪਾ ਸਕਦੀ ਹੈ। ਉਹਨਾਂ ਨੂੰ ਇਸ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈਗਾ ਕਿ ਇਹਦਾ ਜਿਹੜਾ ਹੈਗਾ ਅਲਟੀਮੇਟ ਰਿਜ਼ਲਟ ਕੀ ਹੋਏਗਾ, ਇਹ ਸਾਰੀ ਗੱਲ ਕਿੱਥੇ ਜਾ ਕੇ ਮੁੱਕੇਗੀ ਤੇ ਕਿਸ ਤਰੀਕੇ ਨਾਲ ਮੁੱਕੇਗੀ। ਜੀ ਹਾਂਜੀ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ ਚੀਮਾ ਜੀ। ਸਰ, ਜਿਵੇਂ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਆ, ਉਹਦੇ ਵਿੱਚ ਭਾਵੇਂ NIA ਕੌਮੀ ਜਾਂਚ ਏਜੰਸੀ ਦਾ ਮੁੱਦਾ ਹੋਵੇ, ਉਹ ਭਾਵੇਂ ਜਿਹੜੀ ਪਿਛਲੀ ਬੈਠਕ ਕੱਲ ਨਿਕਲ ਕੇ ਗਈ ਆ ਉਹਦੇ ਵਿੱਚ ਬਲਵੀਰ ਸਿੰਘ ਰਾਜੇਵਾਲੀ ਹੋਰਾਂ ਨੇ ਵੀ ਜ਼ੋਰਦਾਰ ਆਵਾਜ਼ ਵਿੱਚ ਕੇਂਦਰੀ ਮੰਤਰੀ ਨੂੰ ਇਹ ਕਿਹਾ ਵੀ ਇੱਕ ਪਾਸੇ ਦਾ ਤੁਸੀਂ ਸਾਡੇ ਨਾਲ ਮੀਟਿੰਗ ਕਰ ਰਹੇ ਹੋ ਤੇ ਸਾਡੇ ਹੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਤੁਸੀਂ ਨੋਟਿਸ ਜਾਰੀ ਕਰਤਾ। ਉਹਦੇ ਇਲਾਵਾ ਜਿਹੜੇ ਸਾਡੇ ਸ਼ਹੀਦ ਹੋਏ ਆ ਕਿਸਾਨ, ਉਹਨਾਂ ਦੇ ਪਰਿਵਾਰ ਨੂੰ ਜਿਹੜੇ ਆਰਥਿਕ ਤੌਰ ਤੇ ਸਹਾਇਤਾ ਦੇ ਰਹੇ ਨੇ, ਤੁਸੀਂ ਉਹਨਾਂ ਨੂੰ ਨੋਟਿਸ ਜਾਰੀ ਕਰ ਰਹੇ ਹੋ। ਇਹ ਕੀ ਵਰਤਾਰਾ ਕਰ ਰਹੇ ਹੋ? ਦੋਹਰੀ ਨੀਤੀ ਕਿਵੇਂ ਵੇਖ ਸਕਦੇ ਹੋ ਇਹਨਾਂ ਦੀ ਸਰਕਾਰ ਦੀ? ਦੇਖੋ, ਇਹ ਜਿਹੜਾ ਵੀ ਹੈਗਾ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹੈਗੇ ਨੇ, ਕੁਝ ਸਮਾਂ ਪਹਿਲੇ ਮੈਨੂੰ ਪਤਾ ਹੈਗਾ ਸਾਡੇ ਮੁਲਕ ਦੇ ਜਿਹੜੇ ਕੋਈ ਲੀਡਰਸ ਹੈਗੇ ਨੇ, ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦਾ ਕੈਪੀਟਲ ਕੰਪਲੈਕਸ ਦੇ ਵਿੱਚ ਲੋਕਾਂ ਨੇ ਜਾ ਕੇ ਵੜਨ ਦੀ ਕੋਸ਼ਿਸ਼ ਕੀਤੀ ਸੀ, 3-4 ਬੰਦੇ ਮਾਰੇ ਗਏ ਸਨ। ਸਾਡੇ ਸਾਰੇ ਨੇਤਾ ਜਿਹੜੇ ਹੈਗੇ ਨੇ ਉਹਨਾਂ ਨੇ ਉਹਦੇ ਉੱਤੇ ਦੁੱਖ ਜ਼ਾਹਿਰ ਕੀਤਾ ਸੀ। ਇੱਥੇ ਸਾਡੇ ਇੰਨੇ ਜਿਹੜੇ ਹੈਗੇ ਨੇ ਕਿਸਾਨ ਆਗੂ ਜਿਹੜੇ ਹੈਗੇ ਨੇ ਉਹ ਉੱਥੇ ਸ਼ਹੀਦ ਹੋ ਗਏ ਤੇ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਹੈ, ਚਾਹੇ ਸੈਂਟਰ ਦੀ ਗੱਲ ਹੋਏ ਚਾਹੇ ਕਿਸੇ ਸਟੇਟ ਗਵਰਨਮੈਂਟ ਦੀ ਗੱਲ ਹੋਏ। ਮੈਂ ਸਮਝਣਾ ਹੈਗਾ ਕਿ ਸਟੇਟ ਗਵਰਨਮੈਂਟ ਦੀ ਵੀ ਬਹੁਤ ਬੜੀ ਕੁਤਾਹੀ ਹੈਗੀ ਹੈ ਕਿ ਸਾਰੇ ਆਪਣੀ ਪੋਲਿਟਿਕਸ ਕਰ ਰਹੇ ਹੈਗੇ ਨੇ, A ਪਾਰਟੀ ਹੋਏ ਚਾਹੇ B ਪਾਰਟੀ ਹੋਏ ਚਾਹੇ C ਹੋਏ ਚਾਹੇ D ਹੋਏ, ਪਰ ਉੱਥੇ ਜਾ ਕਰਕੇ ਜਿਹੜਾ ਐਗਜ਼ੈਕਟ ਔਨ ਦੀ ਗਰਾਊਂਡ ਜਿਹੜਾ ਸਪੋਰਟ ਦੇਣਾ ਚਾਹੀਦਾ ਹੈਗਾ ਤੇ ਕਿਸਾਨ ਦੇ ਜਿਹੜੇ ਪਰਿਵਾਰਾਂ ਤੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਜਿਹੜੇ ਹੈਗੇ ਨੇ, ਉਹਨਾਂ ਦੇ ਜਿਹੜੇ ਡੈਥ ਹੋ ਗਈ, ਉੱਥੇ ਜਿਹੜੇ ਸ਼ਹੀਦ ਹੋ ਗਏ, ਉਹਨਾਂ ਦੇ ਨਾਲ ਸਰਕਾਰਾਂ ਨੂੰ ਖੜਨਾ ਚਾਹੀਦਾ ਹੈਗਾ, ਚਾਹੇ ਕੋਈ ਵੀ ਸਰਕਾਰ ਹੋਏ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੈਗੀ ਹੈ। ਇਹਦੇ ਬਾਰੇ ਦੁੱਖ ਹੈਗਾ ਕਿ ਉਹਨਾਂ ਨੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੋਈ ਹੈਗੀ ਜੀ। ਪਰ ਕਿਹਾ ਤਾਂ ਜਾਂਦਾ ਜਿਹੜੀ ਕੌਮੀ ਜਾਂਚ ਏਜੰਸੀ ਆ ਉਹਦਾ ਜਿਹੜਾ ਮੁੱਖ ਮੰਤਵ ਸੀ ਉਹ ਤਾਂ ਜਿਹੜੀ ਟੈਰਰਿਸਟ ਗਤੀਵਿਧੀਆਂ ਉਹਨਾਂ ਪਰ ਨਜ਼ਰ ਰੱਖਣੀ ਸੀ, ਵੀ ਇਹ ਵਰਤਾਰਾ ਕਿਉਂ ਉਹਨਾਂ ਨੇ ਮੋੜ ਵੀ ਜਿਹੜੇ ਆਮ ਲੋਕਾਂ ਨੂੰ ਨੋਟਿਸ ਕਿਉਂ ਕੱਢੇ ਜਾ ਰਹੇ ਨੇ? ਇਹਦੇ ਚ ਮੈਂ ਸਮਝਣਾ ਹੈ ਕਿ NIA ਵੀ ਜਿਹੜੀ ਹੈਗੀ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਦੀ ਇੱਕ ਸੈਂਟਰਲ ਏਜੰਸੀ ਹੈਗੀ ਹੈ, ਜਿਹਦਾ ਕੰਮ ਹੈਗਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਤਵਾਦੀ ਗੱਲਾਂ ਹੈਗੀਆਂ ਨੇ, ਗਤੀਵਿਧੀਆਂ ਹੈਗੀਆਂ, ਉਹਨਾਂ ਤੇ ਨਜ਼ਰ ਰੱਖਣਾ। ਕੁਝ ਸਮਾਂ ਪਹਿਲੇ ਇਸ ਤਰ੍ਹਾਂ ਦੀ ਖਬਰ ਆਈ ਸੀ ਕਿ ਜਿੱਥੇ ਕਿਸਾਨ ਸਾਡੇ ਭਰਾ ਬੈਠੇ ਹੋਏ ਹੈਗੇ ਨੇ ਉੱਥੇ ਕੁਝ ਪੋਸਟਰਸ ਲੱਗ ਗਏ ਸਨ। ਓਕੇ, ਇਹਨਾਂ ਨੇ ਨੋਟਿਸ ਜਾਰੀ ਕੀਤੇ ਹੈਗੇ ਨੇ, ਉਹ ਇੱਕ ਵੱਖ ਗੱਲ ਹੈਗੀ ਹੈ। ਪਰ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਹਾਂ, ਜਿਹੜੇ ਕਿ ਉੱਥੇ ਕੋਈ ਕਹਿੰਦੇ ਹੈਗੇ ਨੇ ਹੋਰਡਿੰਗਸ ਲੱਗੀਆਂ ਸਨ ਜਾਂ ਉੱਥੇ ਜਿਹੜੇ ਪੋਸਟਰਸ ਲੱਗੇ ਸਨ, ਉਹਨਾਂ ਦੇ ਬਾਰੇ ਕੀ NIA ਨੇ ਜਾਂ ਦਿੱਲੀ ਪੁਲਿਸ ਨੇ ਜਾਂ ਹਰਿਆਣਾ ਪੁਲਿਸ ਨੇ ਕੋਈ ਜਾਂਚ ਕੀਤੀ? ਜਦੋਂ ਕੋਈ ਵੀ ਪੋਸਟਰ ਬੰਦਾ ਹੈਗਾ ਹੈ ਤਾਂ ਉਹਦੇ 'ਚ ਲਾਜ਼ਮੀ ਕਾਨੂੰਨੀ ਗੱਲ ਹੈਗੀ ਹੈ ਕਿ ਕਿੱਥੇ ਪਬਲਿਸ਼ ਹੋਏ, ਕਿਹਦੇ ਕਹਿੰਦੇ ਪਬਲਿਸ਼ ਹੋਏ, ਇਹ ਵੀ ਉਹਦੇ 'ਚ ਨਿੱਕਾ ਜਿਹਾ ਪ੍ਰਿੰਟ ਕੀਤਾ ਜਾਂਦਾ ਹੈਗਾ ਤੇ
ਪਹਿਲੇ ਤੋਂ ਸਾਰਿਆਂ ਤੋਂ ਪਹਿਲੇ ਕੋਸ਼ਿਸ਼ ਹੋਣੀ ਚਾਹੀਦੀ ਹੈ, ਜੇ ਸਰਕਾਰ ਸਮਝਦੀ ਹੈਗੀ ਕਿ ਉੱਥੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਸਨ ਤਾਂ ਪਹਿਲੇ ਉਹਦੇ ਬਾਰੇ ਇਨਕੁਆਇਰੀ ਹੋਣੀ ਚਾਹੀਦੀ ਸੀ, ਇਨ ਡੈਪਥ ਇਨਕੁਆਇਰੀ ਹੋਣੀ ਚਾਹੀਦੀ ਸੀ। ਹੁਣ ਲੋਕ ਜਿਹੜੇ ਹੈਗੇ ਨੇ ਕਿੰਨਾ ਨੇ ਕੀਤਾ ਹੈਗਾ, ਕਿੰਨਾ ਦੀ ਸ਼ਰਾਰਤ ਹੈਗੀ ਹੈ, ਕਿੰਨਾ ਦੀ ਐਕਟੀਵਿਟੀ ਹੈਗੀ ਹੈ, ਜੋ ਵੀ ਤੁਸੀਂ ਕਹਿੰਦੇ ਹੈਗੇ ਹੋ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਸੀ, ਨਾ ਕਿ ਸਟੇਟਵੇ ਬਲਦੇਵ ਸਰਸਾ ਨੂੰ ਜਾਂ ਕਿਸੇ ਹੋਰ ਨੂੰ ਨੋਟਿਸ ਜਿਹੜਾ ਹੈਗਾ ਜਾਰੀ ਕਰ ਦਿੱਤਾ। ਮੈਂ ਸਮਝਣਾ ਹੈਗਾ ਕਿ ਇਹਦੇ ਨਾਲ ਸਰਕਾਰ ਦੀ ਕਾਰਵਾਈ ਹੈਗੀ, ਸਰਕਾਰ ਦੀ ਜਿਹੜੀ ਛਵੀ ਹੈਗੀ ਹੈ ਉਹ ਥੋੜੀ ਹਲਕੀ ਜਿਹੀ ਹੋ ਗਈ, ਕੁਝ ਮਾੜੀ ਹੋ ਗਈ, ਕੁਝ ਧੁੰਮਲ ਹੋ ਗਈ, ਕੁਝ ਹਲਕੀ ਜਿਹੀ ਹੋ ਗਈ ਹੈਗੀ ਹੈ। ਜੇ ਇਸੇ ਗੱਲ ਨੂੰ ਸਰਕਾਰ ਇੱਕ ਸਹੀ ਤਰੀਕੇ ਦੇ ਨਾਲ, ਸਹੀ ਜਿਹੜਾ ਪੁਲਿਸ ਦਾ ਤਰੀਕਾ ਹੈਗਾ ਕਿ ਇਨਵੈਸਟੀਗੇਸ਼ਨ ਕਰੋ, ਕਿੱਥੋਂ ਆਏ, ਕੀ ਹੈਗਾ ਕੀ ਨਹੀਂ ਹੈਗਾ, ਉਹਦੇ ਬਾਅਦ ਕੋਈ ਕਾਰਵਾਈ ਕਰਦੀ, ਕਿਸੇ ਦੇ ਉੱਤੇ ਵੀ ਕਰਦੀ, ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ, ਇੰਨਾ ਖਰਾਬ ਨਾ ਲੱਗਦਾ, ਇੰਨਾ ਮਾੜਾ ਨਾ ਲੱਗਦਾ। ਅੰਤਰਰਾਸ਼ਟਰੀ ਪੱਧਰ ਤੇ ਵੀ ਜਿਵੇਂ ਅੰਦੋਲਨ ਫੈਲ ਚੁੱਕਿਆ, ਕਿਉਂਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਸਟੇਜ ਤੇ ਖੁਦ ਕਿਹਾ ਸੀ ਕਿ ਮੈਨੂੰ ਇੰਗਲੈਂਡ ਦੇ MP ਦਾ ਇੱਕ ਉਹਨਾਂ ਨੇ ਨਾਮ ਨਹੀਂ ਲਿਆ, ਵੀ ਮੈਨੂੰ ਫੋਨ ਕਰਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ 100 ਤੋਂ ਵੱਧ MPs ਨੇ ਇਕੱਠੇ ਹੋ ਕੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਜੌਨਸਨ, ਉਹਨੂੰ ਅਸੀਂ ਬੇਨਤੀ ਕੀਤੀ ਸੀ, ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਵੀ ਤੁਸੀਂ ਜਿਹੜਾ ਉੱਥੇ ਨਾ ਜਾਓ, ਜਿਹੜਾ 26 ਜਨਵਰੀ ਦਾ ਗਣਤੰਤਰ ਦਿਵਸ ਹੈ। ਤੇ ਅੱਜ ਦੀ ਜਿਹੜੀ ਖਬਰ ਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਜਾਂਚ ਏਜੰਸੀ ਇਦਾਂ ਕਰ ਰਹੀ ਆ ਜਾਂ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ, ਉਹ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਤੇ ਉਲੰਘਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਜਿਹੜੀ ਛਵੀ ਆ ਉਹਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਲੱਗ ਰਿਹਾ ਵੀ ਅਹਿਮੀਅਤ ਘਟ ਰਹੀ ਹੈ। ਕਿਵੇਂ ਵੇਖ ਰਹੇ ਹੋ ਅੰਤਰਰਾਸ਼ਟਰੀ ਪੱਧਰ ਦੇ ਅੰਦੋਲਨ ਨੂੰ ਜੀ? ਇਹ ਜਿਹੜੀ ਗੱਲ ਹੈਗੀ ਹੈ ਇੰਨੀ ਵੱਡੀ ਹੋ ਗਈ ਹੈਗੀ ਹੈ ਕਿ ਇਹਦਾ ਅੰਤਰਰਾਸ਼ਟਰੀ ਪੱਧਰ ਤੇ ਵੀ ਰਿਐਕਸ਼ਨਸ ਨੈਚੁਰਲੀ ਆ ਰਹੀਆਂ ਹੈਗੀਆਂ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਸਟੇਟਮੈਂਟ ਆਇਆ ਸੀ, ਹੋਰ ਵੀ ਕਈ ਇਸ ਤਰ੍ਹਾਂ ਦੇ ਮੁਲਕ ਹੈਗੇ ਨੇ, ਕਈ ਯੂਨਾਈਟਿਡ ਨੇਸ਼ਨਸ ਦੀ ਏਜੰਸੀਜ਼ ਹੈਗੀਆਂ ਨੇ, ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਆਇਆ ਹੈਗਾ ਜੀ। ਇਸ ਕਰਕੇ ਜ਼ਰੂਰੀ ਹੈਗਾ ਕਿ ਇਸ ਵੇਲੇ ਸਰਕਾਰ ਨੂੰ ਫੌਰੀ ਤੌਰ ਤੇ ਇੰਟਰਫੇਅਰ ਕਰਕੇ, ਇੰਟਰਵੀਨ ਕਰਕੇ ਇਸ ਗੱਲ ਨੂੰ ਜਿਹੜਾ ਹੈਗਾ ਜਿਹੜੇ ਹਿੱਤ ਦੀ ਗੱਲ ਹੈਗੀ ਹੈ, ਔਰ ਆਮ ਤੌਰ ਤੇ ਜਿਹੜੇ ਕਿਸਾਨ ਹੈਗੇ ਨੇ ਜਾਂ ਜਿਹੜੇ ਕਿ ਐਕਸਪਰਟਸ ਹੈਗੇ ਨੇ, ਜਿਹੜਾ ਕਿ ਇਹ ਕਾਨੂੰਨ ਹੈਗੇ ਨੇ, ਇਹਨਾਂ ਵਿਵੇਚਨਾ ਕਰਦੇ ਹੈਗੇ ਨੇ, ਇਹਨਾਂ ਨੂੰ ਐਗਜ਼ਾਮਿਨ ਕਰਦੇ ਹੈਗੇ ਨੇ, ਐਨਾਲਿਸਿਸ ਕਰਦੇ ਹੈਗੇ ਨੇ, ਉਸ ਹਿਸਾਬ ਨਾਲ ਕਰਨਾ ਚਾਹੀਦਾ ਹੈਗਾ ਤਾਂ ਕਿ ਗੱਲ ਜਿਹੜੀ ਹੈਗੀ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਨਿਜਟ ਸਕੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਇਹ ਜਿਹੜੀ ਇੱਕ ਛਵੀ ਖਰਾਬ ਹੋ ਰਹੀ ਹੈਗੀ ਹੈ ਉਹ ਨਾ ਹੋਏ ਜੀ। ਜਿਵੇਂ ਤੁਹਾਡਾ ਤਾਂ ਮਹਿਕਮਾ ਰਿਹਾ ਜੀ ਪੁਲਿਸ ਦੇ ਵਿੱਚ, ਤੁਹਾਨੂੰ ਜ਼ਿਆਦਾ ਜਾਣਕਾਰੀ ਹੈ ਇਹਨਾਂ ਚੀਜ਼ਾਂ ਦੀ। ਜਿਹੜੀ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਹੈ, ਪੂਰੇ ਵਿਸ਼ਵ ਦੀ ਹੁਣ ਉਹਦੇ ਪਰ ਅੱਖ ਹੈ। ਜਿਵੇਂ ਕਿ ਸੁਪਰੀਮ ਕੋਰਟ ਦੇ ਵਿੱਚ ਤਾਂ ਦਿੱਲੀ ਪੁਲਿਸ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਸੁਪਰੀਮ ਕੋਰਟ ਨੇ ਤਾਂ ਹੁਣ ਪੱਲਾ ਝਾੜ ਲਿਆ ਇਹ ਕਹਿ ਕੇ ਕਿ ਜੋ ਇਹ ਸਰਕਾਰ ਤੇ ਪੁਲਿਸ ਕੋਲ ਅਧਿਕਾਰ ਹੈ ਤੇ ਜਿਹੜਾ ਅਮਨ ਕਾਨੂੰਨ ਆ ਉਹਨੂੰ ਤੁਸੀਂ ਕਿਵੇਂ ਬਰਕਰਾਰ ਰੱਖਣਾ। ਭਾਵੇਂ ਕਿ ਖਬਰ ਇਹ ਵੀ ਆਈ ਆ ਪਿਛਲੇ 2 ਦਿਨ ਤੋਂ ਜਿਹੜੇ ਕਿਸਾਨ ਆਗੂ ਆ ਉਹਦੇ ਨਾਲ ਪ੍ਰਸ਼ਾਸਨ ਨੇ ਮੀਟਿੰਗਾਂ ਕੀਤੀਆਂ ਤੇ ਉਹਦੇ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਦੀ ਜਿਹੜੀ ਕੀਤੀ ਆ ਗੱਲਬਾਤ ਵੀ ਤੁਸੀਂ 26 ਤੋਂ 27 ਤਰੀਕ ਪਾ ਲਓ ਜਾਂ ਤੁਹਾਡਾ ਆਪਣਾ ਰੂਟ ਜਿਹੜਾ ਬਦਲ ਲਓ। ਪਰ ਕਿਸਾਨਾਂ ਨੇ ਸਾਫ਼ ਤੌਰ ਤੇ ਇਹ ਜ਼ਾਹਿਰ ਕਰ ਦਿੱਤਾ ਸੀ ਕਿ ਜਿਹੜਾ ਸਾਡਾ ਰੂਟ ਆ ਉਹ ਵੀ ਉਹ ਰਹੇਗਾ। ਸਾਨੂੰ ਨਹੀਂ ਪਤਾ ਵੀ ਕਿੰਨੇ ਕੁ ਲੋਕ ਆਉਣਗੇ, ਕਿੰਨੇ ਕੁ ਟਰੈਕਟਰ ਆਉਣਗੇ, ਪਰ ਅਸੀਂ ਆਪਣੇ ਤੌਰ ਤੇ ਘੱਟੋ ਘੱਟ 4000 ਨੌਜਵਾਨ ਵਲੰਟੀਅਰ ਆ ਉਹਨੂੰ ਟ੍ਰੇਨਿੰਗ ਦੇ ਰਹੇ ਆ, ਉਹਨਾਂ ਨੂੰ ਬਕਾਇਦਾ ਇੱਕ ਜਿਹੜੀਆਂ ਸ਼ਰਟਾਂ ਮੁਹੱਈਆ ਕਰਵਾਈਆਂ ਜਾਣਗੀਆਂ, ਉਹ ਸਾਰੇ ਜਿਹੜਾ ਸ਼ਾਂਤਮਈ ਇਹ ਹੋਵੇਗਾ। ਕਿਵੇਂ ਵੇਖਦੇ ਹੋ ਵੀ ਦਿੱਲੀ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਬਣ ਗਿਆ, ਕਿਉਂਕਿ ਕੇਂਦਰ ਦਾ ਵੀ ਦਬਾਅ ਹੈ ਦਿੱਲੀ ਪੁਲਿਸ ਦੇ ਤੇ ਜਿਹੜੀ ਇਹ ਰੈਲੀ ਹੈ ਇਹਦਾ ਵੀ ਦਬਾਅ ਹੈ, ਕਿਉਂਕਿ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਰੈਲੀ ਹੈ ਅਸੀਂ ਭਾਵੇਂ ਅਮਨ ਕਾਨੂੰਨ ਤੇ ਲੋਕਤੰਤਰਿਕ ਤਰੀਕੇ ਦੇ ਨਾਲ ਕਰਾਂਗੇ, ਪਰ ਇਹ ਰੈਲੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਚੇਗੀ। ਹਾਂ ਦੇਖੋ, ਸਾਡੇ ਮੁਲਕ ਦੇ ਵਿੱਚ ਡੈਮੋਕ੍ਰੇਸੀ ਹੈ, ਜਿਹੜੀ ਗੱਲ ਪਹਿਲੇ ਕਹੀ ਸੀ ਉਹ ਗੱਲ ਮੈਂ ਫਿਰ ਰਿਪੀਟ ਕਰਨਾ ਹੈ ਜੀ। ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਈ ਇਸ ਤਰ੍ਹਾਂ ਦੇ ਡਿਸੀਜਨ ਹੋਏ ਹੈਗੇ ਨੇ। ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਦਾ ਬੜਾ ਇੰਪੋਰਟੈਂਟ ਡਿਸੀਜਨ ਸੀ ਕਿ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਸੀ ਜੇ ਅਕੈਡਮਿਕ ਤਰੀਕੇ ਨਾਲ ਕੋਈ ਡਿਸਕਸ਼ਨ ਹੁੰਦਾ ਹੈਗਾ ਉਹਦੇ 'ਚ ਕੋਈ ਖਰਾਬੀ ਨਹੀਂ ਹੈਗੀ, ਪਰ ਜੇ ਕਿਤੇ ਕੋਈ ਵਾਇਲੈਂਸ ਕਰਦਾ ਹੈਗਾ ਜਾਂ ਹਥਿਆਰ ਲੈਂਦਾ ਹੈਗਾ, ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈਗਾ, ਤਾਂ ਸਰਟਨਲੀ ਉਹਦੇ ਖਿਲਾਫ ਐਕਸ਼ਨ ਫੌਰੀ ਤੌਰ ਤੇ ਹੋਣਾ ਚਾਹੀਦਾ ਹੈਗਾ। ਅਜੇ ਤੱਕ ਜਿਹੜੀ ਵੀ ਕਿਸਾਨਾਂ ਦੀ ਗੱਲ ਆ ਰਹੀ ਹੈ, ਕਹਿੰਦੇ ਹੈਗੇ ਨੇ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਦੇਸ਼ ਦੇ ਤਿਰੰਗੇ ਜਿਹੜੇ ਹੈਗੇ ਨੇ ਕੌਮੀ ਝੰਡੇ ਲਗਾ ਕੇ ਫਿਰ ਅਸੀਂ ਜਾਵਾਂਗੇ ਤੇ ਸ਼ਾਂਤੀਪੂਰਵਕ ਜਾਵਾਂਗੇ। ਅਸੀਂ ਆਪਣੇ ਵॉलंटियर्स ਵੀ ਖੜੇ ਕਰ ਰਹੇ ਹੈਗੇ। ਮੈਂ ਸਮਝਣਾ ਹੈਗਾ ਕਿ ਦਿੱਲੀ ਪੁਲਿਸ ਜਿਹੜੀ ਹੈਗੀ ਉਹਦੀ ਵੀ ਨੈਚੁਰਲੀ ਜਦੋਂ ਵੀ ਕੋਈ ਵੀ ਰੈਲੀ ਜਾਂਦੀ ਹੈਗੀ ਉਹਦੇ 'ਚ ਟੈਨਸ਼ਨ ਤਾਂ ਵੱਧਦਾ ਹੈਗਾ, ਕਿਉਂਕਿ ਆਮ ਤੌਰ ਤੇ ਜਦੋਂ ਕੋਈ ਰੈਲੀ ਹੁੰਦੀ ਹੈ ਜਿੱਥੇ ਕੋਈ ਇੱਕ ਇਮੋਟਿਵ ਇਸ਼ੂ ਹੁੰਦਾ ਹੈ, ਕੋਈ ਭਾਵਨਾ ਵਾਲਾ ਇਸ਼ੂ ਹੁੰਦਾ ਹੈ, ਉਹਦੇ ਸਾਰਿਆਂ ਤੋਂ ਵੱਡਾ ਜਿਹੜਾ ਇੱਕ ਖਤਰਾ ਖੜਾ ਹੋ ਜਾਂਦਾ ਹੈਗਾ ਕਿ ਜੇ ਕੋਈ ਰੈਲੀ, ਕੋਈ ਪ੍ਰੋਸੈਸ਼ਨ, ਕੋਈ ਨਗਰ ਕੀਰਤਨ, ਕੋਈ ਵੀ ਚੀਜ਼ ਜਾਰੀ ਹੈਗੀ ਹੈ, ਜੇ ਉੱਤੇ ਪੂਰਾ ਪੁਲਿਸ ਤੱਕ ਇੰਤਜ਼ਾਮਾਤ ਨਹੀਂ ਹੈਗੇ ਨੇ, ਜੇ ਕਿਸੇ ਸ਼ਰਾਰਤੀ ਅੰਸਰ ਨੇ ਉਹਦੇ 'ਚ ਕੋਈ
ਕੰਕੜ ਵੀ ਸੱਟ ਦਿੱਤਾ, ਕੋਈ ਰੋੜਾ ਵੀ ਸੱਟ ਦਿੱਤਾ ਨਿੱਕੇ ਤੋਂ ਨਿੱਕਾ, ਉਹਦਾ ਫਿਰ ਰਿਪਰਕਸ਼ਨਸ ਬਹੁਤ ਹੁੰਦੇ। ਮੈਂ ਸਮਝਣਾ ਹੈਗਾ ਐਜ਼ ਅ ਪੁਲਿਸ ਆਫੀਸਰ ਕਿ ਦਿੱਲੀ ਪੁਲਿਸ ਜਿਹੜੀ ਹੈਗੀ ਹੈ ਉਹਦੀ ਚਿੰਤਾ ਜਿਹੜੀ ਹੈਗੀ ਹੈ ਬਹੁਤ ਹੀ ਜਾਇਜ਼ ਹੈਗੀ ਹੈ। ਪਰ ਅਗੇਨ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈਗਾ ਕਿ ਉਹ ਇੰਟਰਫੇਅਰ ਨਹੀਂ ਕਰਨਗੇ, ਇਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਜਿਹੜਾ ਹੈਗਾ ਕਿ ਇੰਟਰਫੇਅਰ ਨਹੀਂ ਕਰਨਗੇ, ਇਹ ਜਾਪਦਾ ਹੈਗਾ। ਸੁਪਰੀਮ ਕੋਰਟ ਨੇ ਇਹ ਤਾਂ ਨਹੀਂ ਕਿਹਾ ਕਿ ਰੈਲੀ ਨਹੀਂ ਕਰ ਸਕਦੇ, ਜੇ ਨਹੀਂ ਕਹਿ ਸਕਦੇ ਤੇ ਡਾਇਰੈਕਟ ਜਾਂ ਇਨਡਾਇਰੈਕਟ ਜਿਹੜਾ ਹੈਗਾ ਉਹਨੂੰ ਸਪੋਰਟ ਹੀ ਹੈਗਾ ਕਿ ਠੀਕ ਹੈ तो पुलिस के विचकार तो उन्होंने विचकार है असं इंटरफेयर नहीं करेंगे। ਇਹਦਾ मतलब है कि उन्होंने ਜਿਹੜਾ हक है एक तरीके ਦੇ ਨਾਲ इंटरप्रिटेशन करिए कि सुप्रीम कोर्ट ने भी उन्होंने सपोर्ट किया है। तो हाँ जिस उन्होंने जापदा है, पुलिस ਨੂੰ ਜਾਪਦਾ ਹੈ, ਐਡਮਿਨਿਸਟ੍ਰੇਸ਼ਨ ਨੂੰ ਜਾਪਦਾ ਹੈ ਕੋਈ ਉਹਦੇ 'ਚ ਘਟਨਾ ਹੋ ਸਕਦੀ ਹੈਗੀ ਜਿਹਦੀ ਕੀ ਪੂਰੀ ਪੋਸਿਬਿਲਿਟੀ ਹੈਗੀ, ਮੈਂ ਡਿਨਾਈ ਨਹੀਂ ਕਰਦਾ। ਤੇ ਸਾਡੇ ਕਿਸਾਨ ਜਿਹੜੇ ਆਗੂ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਹਿਮਤੀ ਦੇ ਨਾਲ ਕਰਨ, ਇਹਦੇ 'ਚ ਫੋਰਸ ਕਰਕੇ ਜਾਂ ਜ਼ੋਰਬੰਦੀ ਦੇ ਨਾਲ ਕੰਮ ਨਹੀਂ ਹੋ ਸਕਦਾ ਹੈਗਾ। ਜਿਸ ਤਰ੍ਹਾਂ ਫਿਰ ਕਿਹਾ ਕਿ ਸਾਡੀ ਡੈਮੋਕ੍ਰੇਸੀ ਹੈਗੀ ਹੈ, ਇਹਦੇ 'ਚ ਦਮਨ ਨਹੀਂ ਹੋ ਸਕਦਾ ਹੈਗਾ, ਤਾਕਤ ਦਾ ਇਸਤੇਮਾਲ ਨਹੀਂ ਹੋ ਸਕਦਾ ਹੈ ਤੇ ਨਾ ਹੋਣਾ ਚਾਹੀਦਾ ਹੈਗਾ, ਬਿਲਕੁਲ ਨਹੀਂ ਹੋਣਾ ਚਾਹੀਦਾ ਹੈਗਾ। they should talk to them, ਉਹਨਾਂ ਨਾਲ ਗੱਲਬਾਤ ਕਰਕੇ ਆਪਸੀ ਰਜ਼ਾਮੰਦੀ ਜਿਹੜੀ ਨਿਕਲਦੀ ਹੈਗੀ ਉਸ ਤਰ੍ਹਾਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਉਹਨਾਂ ਨੂੰ। ਸਰ ਫਿਰ ਤੁਹਾਨੂੰ ਕੀ ਲੱਗਦਾ ਕਿ ਦਿੱਲੀ ਪੁਲਿਸ ਕਿਉਂ ਦਬਾਅ ਪਾ ਰਹੀ ਹੈ ਕਿਸਾਨਾਂ ਤੇ ਵੀ ਤੁਸੀਂ ਜਿਹੜਾ ਮਾਰਚ ਦਾ ਤੁਹਾਡਾ ਰੂਟ 80 ਕਿਲੋਮੀਟਰ ਦਾ ਬਾਹਰੀ ਰੋਡ ਆ ਜਿਹੜਾ ਦਿੱਲੀ ਦਾ, ਉਹਦੇ ਪਰ ਤੁਸੀਂ ਜਿਹੜਾ ਨਿਸ਼ਚਿਤ ਕੀਤਾ ਉਹਦੀ ਜਗ੍ਹਾ ਤੁਸੀਂ ਤਬਦੀਲ ਕਰਕੇ ਹੋਰ ਕਰ ਲਓ, ਜਾਂ 26 ਦੀ ਜਗ੍ਹਾ ਤੁਸੀਂ 27 ਜਾਂ 28 ਤਰੀਕ ਲੈ ਲਓ, ਇਹੋ ਜਿਹਾ ਕਿਸਾਨਾਂ ਪਰ ਦਬਾਅ ਪਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਪ੍ਰਸ਼ਾਸਨ? ਦੇਖੋ ਦਿੱਲੀ ਪੁਲਿਸ ਦਾ ਵੀ ਜਿਹੜਾ ਹੈਗਾ ਉਸ ਦਿਨ 26 ਜਨਵਰੀ ਦਾ ਜਿਹੜਾ ਹੈਗਾ ਦਿਨ ਸਾਡਾ ਰਾਸ਼ਟਰੀ ਓਕੇਜਨ ਹੈਗਾ, ਸਾਰੀ ਦੁਨੀਆ ਦੀ ਨਜ਼ਰਾਂ ਉਹਦੇ ਉੱਤੇ ਹੋਣਗੀਆਂ। ਉਸ ਵੇਲੇ ਜੇ ਕੋਈ ਘਟਨਾ ਵਾਪਰ ਜਾਂਦੀ ਹੈਗੀ ਹੈ, ਮੈਂ ਤੁਹਾਨੂੰ ਇੱਕ ਵਾਰੀ ਫੇਰ ਲੈ ਜਾਣਾ ਹੈਗਾ ਜਿੱਥੇ ਸਾਡੇ ਕਿਸਾਨ ਭਰਾ ਬੈਠੇ ਹੈਗੇ ਨੇ, ਸ਼ਾਂਤੀਪੂਰਵਕ ਬੈਠੇ ਹੈਗੇ ਨੇ, ਕਿਸਾਨਾਂ ਦਾ ਜਿਹੜਾ ਇਹ ਚੱਲ ਰਿਹਾ ਹੈਗਾ ਉੱਥੇ ਧਰਨਾ ਹੈਗਾ, ਇਹਨੂੰ ਮੈਂ ਕਹਿੰਦਾ ਹੈਗਾ ਐਜੀਟੇਸ਼ਨ ਲੈਸ ਐਜੀਟੇਸ਼ਨ। ਐਜੀਟੇਟ ਕਰ ਰਹੇ ਹੈਗੇ ਪਰ ਉਹਦੇ 'ਚ ਕੋਈ ਰੋਸ਼ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਐਜੀਟੇਟ ਹੋ ਕਰਕੇ ਇਹ ਪਾਉਂਦੇ ਹੋ ਉਹ ਪਾਉਂਦੇ ਹੋ। ਤੁਸੀਂ ਕਿੰਨੇ ਇਸ ਤਰ੍ਹਾਂ ਦੇ ਐਜੀਟੇਸ਼ਨ ਵੇਖੇ ਹੈਗੇ ਨੇ, ਧਰਨੇ ਵੇਖੇ ਜਿਹਦੇ 'ਚ ਕਿ ਵਾਇਲੈਂਸ ਨਹੀਂ ਹੁੰਦਾ ਹੈਗਾ, ਹਮੇਸ਼ਾ ਹੁੰਦਾ ਹੈ। ਇਹ ਜਿਹੜੀ ਹੈਗੀ ਇੱਕ ਤਾਰੀਫ ਜਾਂਦੀ ਹੈਗੀ ਹੈ, ਥਾਪੀ ਜਾਂਦੀ ਹੈ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਉੱਥੇ ਬੈਠੇ ਹੈਗੇ ਨੇ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਰਹੇ ਹੈਗੇ ਨੇ। ਪਰ ਸਵਾਲ ਇਹ ਆਉਂਦਾ ਹੈਗਾ ਜੇ ਪ੍ਰੋਸੈਸ਼ਨ ਜਾਂਦਾ ਹੈਗਾ ਜਾਂ ਕੁਝ ਜਾਂਦਾ ਹੈ ਜਾਂ ਇੱਥੇ ਵੀ ਜੇ ਇੱਥੇ ਵੀ ਮੈਂ ਕਹਿੰਦਾ ਹੈਗਾ ਖਰਾਬ ਕਰਨ ਦੀ ਕੋਸ਼ਿਸ਼ ਹੋਈ ਹੈ, ਕਈ ਵਾਰੀ ਇਸ ਤਰ੍ਹਾਂ ਦੇ ਇਨਸੀਡੈਂਟਸ ਉੱਥੇ ਛੋਟੇ ਮੋਟੇ ਹੋਏ ਹੈਗੇ ਨੇ ਜਿਹੜੇ ਸਮਾਜ ਦੇ ਅਸਮਾਜਿਕ ਅੰਸਰ ਹੈਗੇ ਉਹਨਾਂ ਦੇ ਵੱਲੋਂ ਕਿ ਇੱਕ ਸਪਾਰਕ ਦੇ ਦਿਓ ਤਾਂ ਕਿ ਇਹਦੇ 'ਚ ਵਾਇਲੈਂਸ ਹੋ ਜਾਏ, ਗੜਬੜ ਹੋ ਜਾਏ, ਕੁਛ ਨਾ ਕੁਛ ਹੋ ਜਾਏ। ਤਾਂ ਠੀਕ ਹੈ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਦਿੱਲੀ ਪੁਲਿਸ ਦੀ ਵੀ ਪਰੇਸ਼ਾਨੀ ਜਿਹੜੀ ਹੈਗੀ ਬਿਲਕੁਲ ਜਾਇਜ਼ ਹੈਗੀ ਹੈ ਕਿ ਭਈ ਕਿਉਂਕਿ ਕਾਫੀ ਸਾਰੀ ਫੋਰਸ ਦਿੱਲੀ ਪੁਲਿਸ ਦੀ ਉਸ ਦਿਨ 26 ਜਨਵਰੀ ਦੇ ਅਰੇਂਜਮੈਂਟਸ ਤੇ ਲੱਗੀ ਹੋਣੀ ਹੈਗੀ ਤੇ ਜਿੱਥੋਂ ਜਿਹੜਾ ਰੂਟ ਹੈਗਾ ਇਹਨਾਂ ਦੇ ਮਾਰਚ ਦਾ ਉੱਥੇ ਫੋਰਸ ਕਿੱਥੋਂ ਲਾਣਗੇ ਉਹ ਸਮੱਸਿਆ ਹੈਗੀ ਹੈ। ਪੈਰਾਮਿਲਟਰੀ ਫੋਰਸ ਵੀ ਲੱਗੀ ਹੋਣੀ ਹੈਗੀ ਹੈ ਉੱਥੇ, ਦਿੱਲੀ ਪੁਲਿਸ ਵੀ ਲੱਗੀ ਹੋਣੀ ਹੈ। ਪਰ ਅਗੇਨ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਡੈਮੋਕ੍ਰੇਸੀ ਹੈਗੀ ਹੈ, ਇਹਦੇ 'ਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਚੱਲ ਸਕਦੀ ਹੈਗੀ ਹੈ। ਕਿਸਾਨ ਜੇ ਕਹਿੰਦੇ ਹੈਗੇ ਕਿ ਅਸੀਂ ਕੱਢਣੀ ਹੈਗੀ ਹੈ ਤੇ ਮੈਂ ਸਮਝਣਾ ਹੈ ਉਹਨਾਂ ਦੇ ਵੀ ਇਹ ਡੈਮੋਕ੍ਰੈਟਿਕ ਰਾਈਟ ਹੈਗਾ ਜਿਹੜਾ ਕਿ ਉਹ ਕਹਿੰਦੇ ਨੇ ਅਸੀਂ ਪੀਸਫੁਲ ਇੱਕ ਮਾਰਚ ਕਰਨੀ ਹੈਗੀ ਦੇਸ਼ ਦੇ ਹਿੱਤ ਵਿੱਚ ਆਪਣੇ ਕੌਮੀ ਝੰਡੇ ਲਾ ਕਰਕੇ, ਠੀਕ ਹੈਗਾ। ਪਰ ਇਸ਼ੂ ਜਿਹੜਾ ਹੈਗਾ ਨੋ ਡਾਊਟ ਪੋਸਿਬਿਲਿਟੀ ਜ਼ਰੂਰ ਹੈਗੀ ਉਹਦੇ 'ਚ ਕੁਝ ਵੀ ਨਾ ਕੁਝ ਹੋ ਸਕਦਾ ਹੈਗਾ, ਪਰ ਇਹ ਸਾਰੀ ਗੱਲ ਜਿਹੜੀ ਹੈਗੀ ਪਿਆਰ ਦੇ ਤਰੀਕੇ ਦੇ ਨਾਲ ਮਾਹੌਲ ਦੇ ਵਿੱਚ ਦਿੱਲੀ ਪੁਲਿਸ ਵੀ ਕਿਉਂ ਮੈਂ ਸਮਝਣਾ ਹੈਗਾ ਕਿ ਪੁਲਿਸ ਜਿਹੜਾ ਹੈਗਾ ਆਮ ਤੌਰ ਤੇ ਉਨੀ ਐਕਟਿਵ ਨਹੀਂ ਹੋ ਸਕਦੀ ਹੈਗੀ ਕਿਉਂਕਿ ਹਮੇਸ਼ਾ ਪੁਲਿਸ ਨੂੰ ਅਸੀਂ ਇੱਕ ਉਸ ਨਿਗਾਹ ਨਾਲ ਵੇਖਨੇ ਹੈਗੇ ਕਿ ਇਹਨਾਂ ਦਾ ਯਾਰ ਕੁਝ ਯਕੀਨ ਨਹੀਂ ਹੈਗਾ, ਇਹਨਾਂ ਦੇ ਕੋਲ ਅਥਾਰਟੀ ਕੀ ਹੈਗੀ ਹੈ, ਕੋਈ ਅਥਾਰਟੀ ਨਹੀਂ ਹੈਗੀ। ਪਰ ਇਹੀ ਗੱਲ ਜਿਹੜੀ ਹੈਗੀ ਹੈ ਸਾਡੇ ਹੋਮ ਮਿਨਿਸਟਰੀ ਜਿਹੜੀ ਹੈਗੀ ਦਿੱਲੀ ਦੇ ਉਹਨਾਂ ਦੇ ਆਫੀਸ਼ੀਅਲਸ ਜਿਹੜੇ ਹੈਗੇ ਨੇ ਹਾਈ ਆਫੀਸ਼ੀਅਲਸ ਜਾਂ ਕੋਈ ਹੋਮ ਮਿਨਿਸਟਰੀ ਦਾ ਕੋਈ ਮਿਨਿਸਟਰ ਜਿਹੜਾ ਹੈਗਾ ਵੱਡਾ ਛੋਟਾ ਕੋਈ ਉਹ ਜਾ ਕੇ ਗੱਲ ਕਰਦਾ ਕਿਸਾਨਾਂ ਨੂੰ ਪਰਸੂਏਡ ਕਰਨ ਦੀ ਕੋਸ਼ਿਸ਼ ਕਰਦਾ। ਇਹ ਸਿਰਫ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈਗਾ ਕਿ ਪੁਲਿਸ ਨੂੰ ਖੜਾ ਕਰ ਦਿਓ, ਇਹ ਮਸਲਾ ਹੈਗਾ ਇੱਕ ਪਾਲਿਸੀ ਦਾ, ਇੱਕ ਡੈਮੋਕ੍ਰੈਟਿਕ ਰਾਈਟ ਦਾ ਜਿਹਦੇ 'ਚ ਗੱਲਬਾਤ ਹੋਣੀ ਚਾਹੀਦੀ ਹੈ ਤੇ ਗੱਲਬਾਤ ਕਰਨ ਲਈ ਜਿਹੜੇ ਉੱਚ ਅਧਿਕਾਰੀ ਹੈਗੇ ਨੇ ਚਾਹੇ ਉਹ ਹੋਮ ਮਿਨਿਸਟਰੀ ਦੇ ਆਫੀਸ਼ੀਅਲਸ ਹੈਗੇ ਨੇ ਜਾਂ ਹੋਮ ਮਿਨਿਸਟਰੀ ਦੇ ਕੋਈ ਪੋਲੀਟੀਸ਼ੀਅਨਸ ਹੈਗੇ ਨੇ ਉਹਨਾਂ ਨੂੰ ਇੰਟਰਫੇਅਰ ਕਰਕੇ ਉਹਨਾਂ ਨੂੰ ਇੰਟਰਵੀਨ ਕਰਕੇ ਇਸ ਗੱਲ ਨੂੰ ਨਜਿੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਕਿ 26 ਜਨਵਰੀ ਤੋਂ ਜਦੋਂ ਚਾਲੇ ਪਏ ਸੀ ਪੰਜਾਬ ਵੱਲੋਂ ਹਰਿਆਣੇ ਦੇ ਵਿੱਚ ਸ਼ੰਭੂ ਬਾਰਡਰ ਨੂੰ ਟੱਪ ਕੇ ਜਿਹੜੀ ਹਰਿਆਣਾ ਪੁਲਿਸ ਵੱਲੋਂ ਰੋਕਾਂ ਲਗਾਈਆਂ ਗਈਆਂ ਸੀ ਕਿ ਜਿਹੜਾ ਇਹ ਖੱਟੜ ਵੱਲੋਂ ਤਾਂ ਇਹ ਬਿਆਨ ਆਇਆ ਸੀ ਮੁੱਖ ਮੰਤਰੀ ਹਰਿਆਣਾ ਵੱਲੋਂ ਕਿ ਅਸੀਂ ਇਹ ਜਿਹੜੀ ਗੱਲਬਾਤ ਹੈ ਪੁਲਿਸ ਦੇ ਅਧਿਕਾਰ ਜਾਂ ਕੇਂਦਰ ਜਾਂ ਸਟੇਟ ਦੇ ਜਿਹੜੇ ਪੁਲਿਸ ਨੂੰ ਕਿੰਨੇ ਕੁ ਅਧਿਕਾਰ ਆ, ਖੱਟੜ ਜੀ ਤਾਂ ਇਹ ਕਹਿ ਦਿੱਤਾ ਸੀ ਕਿ ਅਜਿਹੇ ਹੀ ਕਾਰਵਾਈਆਂ ਕਰਨੀਆਂ ਪੈਂਦੀਆਂ ਕਿਉਂਕਿ ਅਮਨ ਕਾਨੂੰਨ ਦੀ ਵਿਵਸਥਾ ਦਾ ਉਹਨਾਂ ਨੇ ਨਾਮ ਦਿੱਤਾ ਸੀ, ਉਹਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਕਾਰਵਾਈ ਕੀਤੀ ਗਈ। ਤੁਸੀਂ ਕੀ ਸਮਝਦੇ ਆ ਕਿ ਜਿਹੜੀ ਪੁਲਿਸ ਕੋਲ ਅਧਿਕਾਰ ਹੈ ਇਹ ਕੇਂਦਰ ਜਿਹੜਾ ਹਰਿਆਣਾ ਗੌਰਮੈਂਟ ਵੱਲੋਂ ਦਿੱਤਾ ਜਾਂਦਾ ਜਾਂ ਪੁਲਿਸ ਆਪਣੇ ਤੌਰ ਤੇ ਕਾਰਵਾਈਆਂ ਕਰਦੀ ਆ? ਦੇਖੋ ਫਿਰ ਮੈਂ ਇਹ ਗੱਲ ਕਹਾਂਗਾ ਮੇਰਾ ਜਿਹੜਾ ਸਰਵਿਸ ਹੈਗੀ ਹੈ ਪੁਲਿਸ ਦੇ ਵਿੱਚ ਕਾਫੀ ਲੰਬੀ ਰਹੀ ਹੈਗੀ ਹੈ, ਟੋਟਲ ਵੱਖ-ਵੱਖ ਥਾਵਾਂ ਤੇ ਮਿਲਾ ਕੇ 40 ਵਾਰੀ ਕਰੀਬ ਰਹੀ ਹੈਗੀ ਹੈ ਜੀ।
ਜਦੋਂ ਵੀ ਕੋਈ ਵੀ ਐਜੀਟੇਸ਼ਨ ਵੱਧਦਾ ਹੈਗਾ, ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੀ ਗੱਲ ਦੱਸ ਰਿਹਾ ਜਿਹੜਾ ਕਿ ਹਕੀਕਤ ਹੈਗੀ ਹੈ ਜੀ, ਉਹਦੀ ਇੰਸਟਰਕਸ਼ਨ, ਉਹਦਾ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਹੈਗੀ ਹੈ, ਇੰਟੈਲੀਜੈਂਸ ਰਿਪੋਰਟ ਹੈਗੀ ਹੈ, ਉਹ ਜਾਂਦੀ ਹੈਗੀ ਹੈ ਸਟੇਟ ਦੇ ਮੁੱਖ ਮੰਤਰੀ ਦੇ ਕੋਲ ਅਤੇ ਗ੍ਰਹਿ ਮੰਤਰੀ ਦੇ ਕੋਲ ਜੀ। ਉੱਥੋਂ ਫਿਰ ਹਦਾਇਤਾਂ ਆਉਂਦੀਆਂ ਨੇ ਕਿ ਜੀ ਇੱਥੇ ਐਜੀਟੇਸ਼ਨ ਹੋਣ ਜਾ ਰਿਹਾ ਹੈ, ਲੋਕਾਂ ਨੂੰ ਇੱਥੋਂ ਨਾ ਆਉਣ ਦਿਓ। ਉਹਦੇ 'ਚ ਪ੍ਰੀਵੈਂਟਿਵ ਅਰੈਸਟ ਹੋਣ, ਚਾਹੇ ਉਹਦੇ 'ਚ ਉਹਨਾਂ ਨੂੰ ਕਿਤੇ ਹੋਰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਹਰਿਆਣਾ 'ਚ ਜਿਹੜਾ ਕੁਝ ਵੀ ਹੋਇਆ ਪਿਛਲੇ ਦਿਨਾਂ 'ਚ, ਉਹਦੀ ਮੈਂ ਜਿੰਨੀ ਵੀ ਨਿੰਦਾ ਕਰਾਂ ਘੱਟ ਹੈਗੀ ਹੈ। ਪਰ ਉਹਦੇ ਨਾਲ ਮੈਂ ਇੱਕ ਹੋਰ ਗੱਲ ਕਹਾਂਗਾ ਕੈਪਟਨ ਸਾਹਿਬ ਲਈ ਕਿ ਕੈਪਟਨ ਸਾਹਿਬ ਨਹੀਂ ਰੁਕਵਾਉਂਦੇ ਹੈਗੇ ਜਦੋਂ ਇੱਥੇ ਐਜੀਟੇਸ਼ਨ ਕੋਈ ਹੁੰਦਾ ਹੈਗਾ, ਚਾਹੇ ਟੀਚਰਾਂ ਦਾ ਹੈਗਾ ਹੈ ਜਾਂ ਕੋਈ ਆਂਗਨਵਾੜੀ ਵਰਕਰਸ ਦਾ ਹੈਗਾ ਹੈ, ਚਾਹੇ ਇਹ ਸਰਕਾਰ ਹੋਏ ਕੈਪਟਨ ਦੀ, ਕੈਪਟਨ ਦੇ ਪਹਿਲੇ ਸਰਕਾਰ ਸੀ। ਇਹ ਮੰਦਭਾਗੀ ਚੀਜ਼ਾਂ ਹੈਗੀਆਂ ਨੇ ਕਿ ਜਦੋਂ ਇੱਕ ਅਧਿਕਾਰ ਹੈਗਾ ਹੈ ਲੋਕਾਂ ਦਾ ਪੀਸਫੁਲੀ ਐਜੀਟੇਟ ਕਰਨ ਦਾ, ਖੜੇ ਹੋ ਕਰਕੇ ਪੀਸਫੁਲੀ ਆਪਣੀ ਗੱਲਬਾਤ ਕਰਨ ਦਾ ਔਰ ਆਪਣਾ ਰੋਸ ਜਿਹੜਾ ਹੈਗਾ ਉਹਨਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਜ਼ਾਹਿਰ ਕਰਨ ਦਾ, ਜਦੋਂ ਤੱਕ ਵਾਇਲੈਂਸ ਨਹੀਂ ਹੁੰਦਾ ਹੈਗਾ, ਮੈਂ ਨਹੀਂ ਸਮਝਦਾ ਕਿ ਕਿਸੇ ਦੇ ਕੋਲ ਅਧਿਕਾਰ ਹੈਗਾ, ਕਿਸੇ ਵੀ ਸਰਕਾਰ ਦੇ ਕੋਲ ਅਧਿਕਾਰ ਹੈਗਾ ਕਿ ਉਹਨਾਂ ਨੂੰ ਟਾਰਚਰ ਕੀਤਾ ਜਾਵੇ, ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ, ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਵੇ, ਜੋ ਕੁਝ ਵੀ ਕੀਤਾ ਜਾਏ। ਇਹ ਸਾਰੀ ਘਟਨਾਵਾਂ ਤਾਂ ਹੁੰਦੀਆਂ ਨੇ ਜਦੋਂ ਕੋਈ ਕਾਰਵਾਈ ਇਸ ਤਰ੍ਹਾਂ ਦੀ ਲੋਕਾਂ ਵੱਲੋਂ ਜਿਹੜੇ ਐਜੀਟੇਸ਼ਨ ਕਰ ਰਹੇ ਹੈਗੇ ਨੇ ਉਹਨਾਂ ਦੇ ਵੱਲੋਂ ਹੋਏ ਕੋਈ ਕਾਰਵਾਈ, ਤਾਂ ਜਵਾਬੀ ਕਾਰਵਾਈ ਹੁੰਦੀ ਹੈਗੀ ਹੈ। ਪਰ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਹੈ ਕਿ ਸਰਕਾਰਾਂ ਵੱਲੋਂ ਆਮ ਤੌਰ ਤੇ ਹਮੇਸ਼ਾ ਇਹੀ ਹੁੰਦਾ ਹੈਗਾ ਕਿ ਜੇ ਐਜੀਟੇਸ਼ਨ ਆਣਾ ਹੈਗਾ, ਦੱਸੋ ਕਿੰਨੇ ਬੰਦੇ ਹੈਗੇ ਨੇ, ਇੰਟੈਲੀਜੈਂਸ ਨੂੰ ਦੱਸਿਆ ਜਾਂਦਾ ਹੈਗਾ, ਇੰਟੈਲੀਜੈਂਸ ਦੱਸਦੀ ਇੰਨੇ ਬੰਦੇ ਆਣਗੇ, ਇਹ ਕਹਾਣੀਆਂ ਆਪਣੀ ਪਾਉਂਦੀ ਹੈਗੀ ਹੈ। तो उस हिसाब ਨਾਲ ਸਿੱਧਾ ਹੁਕਮ ਆਂਦਾ ਹੈਗਾ, ਚਾਹੇ ਹੋਮ ਮਿਨਿਸਟਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ। ਕਈ ਥਾਵਾਂ ਤੇ ਮੁੱਖ ਮੰਤਰੀ ਹੋਮ ਮੰਤਰੀ ਗ੍ਰਹਿ ਮੰਤਰੀ ਇੱਕੋ ਹੀ ਹੁੰਦਾ ਹੈਗਾ ਕਿ ਜੀ ਇਹਨੂੰ ਨਹੀਂ ਲੰਘਣ ਦੇਣਾ ਹੈਗਾ। ਉਹਦੇ 'ਚ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਹੁੰਦੀ ਹੈ, ਪੁਲਿਸ ਆਪਣੀ ਹੱਦ ਤੋਂ ਟੱਪਦੀ ਹੈਗੀ ਹੈ, ਨਿਸੰਦੇਹ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਦਾ ਜਿਹੜਾ ਕਾਨੂੰਨੀ ਦਾਇਰਾ ਹੈਗਾ ਉੱਥੋਂ ਟੱਪਦੀ ਹੈਗੀ ਹੈ। ਜੇ ਇਨ ਗੱਲਾਂ ਦੀ ਕਿਤੇ ਵੀ ਤੁਸੀਂ ਇੱਕ जुडिशियल इंक्वायरी करवा लियो, हरियाणा ਜਿਹੜਾ ਹੋਇਆ ਜੇ ਇਹਦੇ ਚ जुडिशियल इंक्वायरी हो जाए, या पंजाब ਚ रोकते ਹੈਗੇ ਨੇ ਜਾਂ ਕਿਸੇ ਹੋਰ ਸਟੇਟ ਚ ਰੋਕਦੇ ਨੇ, ਜਦੋਂ ਕਿ ਨਿਰਪੱਖ जुडिशियल इंक्वायरी करा लियो ਤਾਂ ਸਾਫ਼ ਗੱਲ ਆਏਗੀ ਕਿ ਪੁਲਿਸ ਵੱਲੋਂ ਜਿਹੜਾ ਫੋਰਸ ਲਗਾਈ ਗਈ ਸੀ, ਜਿਹੜਾ ਜ਼ੋਰ ਲਗਾਇਆ ਗਿਆ ਹੈਗਾ ਉਹ ਐਕਸੈਸਿਵ ਹੈਗਾ ਸੀ ਅਤੇ ਅਨਰੀਜ਼ਨੇਬਲ ਸੀ। ਜੀ, ਜਿਵੇਂ ਕਿ ਕਈ ਵਾਰ ਇਹ ਹੁੰਦਾ ਹੈ ਜਿਵੇਂ ਅੰਦੋਲਨ ਚੱਲ ਰਿਹਾ ਹੈ, ਇਹਦੇ ਨਾਲ ਲੋਕਾਂ ਦੇ ਜਜ਼ਬਾਤੀ ਤੌਰ ਤੇ ਲੋਕ ਬਹੁਤ ਜ਼ਿਆਦਾ ਜੁੜ ਚੁੱਕੇ ਨੇ। ਕਈ ਵਾਰ ਜੇਕਰ ਕੋਈ ਛੋਟੀ ਜਿਹੀ ਵੀ ਘਟਨਾ ਵਾਪਰਦੀ ਹੈ ਤਾਂ ਉਹਨੂੰ ਬਹੁਤ ਵੱਡਾ ਰੂਪ ਦੇ ਦਿੱਤਾ ਜਾਂਦਾ ਹੈ, ਪਰ ਹਰ ਇੱਕ ਜਿਹੜੀ ਗੱਲ ਆ ਉਹਨੂੰ ਇੱਕ ਹੀ ਪਾਸੇ ਤੋਂ ਨਹੀਂ ਵੇਖਣਾ ਚਾਹੀਦਾ, ਉਹਦਾ ਦੂਸਰਾ ਪੱਖ ਵੀ ਵੇਖਣਾ ਚਾਹੀਦਾ ਤਾਂ ਕਿ ਜੋ ਜਿਹੜਾ ਅੰਦੋਲਨ ਸਹਿਣਸ਼ੀਲਤਾ ਦੇ ਵਿੱਚ ਚੱਲ ਰਿਹਾ ਉਹ ਬਰਕਰਾਰ ਰਹੇ। ਜਿਵੇਂ ਕਿ ਪਿਛਲੇ ਦਿਨ ਦੀਆਂ ਸਰ ਘਟਨਾਵਾਂ ਦੋ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਚਾਹਾਂਗਾ ਤੇ ਤੁਹਾਡੀ ਰਾਏ ਵੀ ਲੈਣਾ ਚਾਹੂੰਗਾ ਇਹਨਾਂ ਮੁੱਦਿਆਂ ਪਰ। ਜਿਵੇਂ ਸ਼ਿਮਲੇ ਦੇ ਵਿੱਚ 3 ਜਿਹੜੇ ਕਿਸਾਨ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸ਼ਿਮਲਾ ਪੁਲਿਸ ਵੱਲੋਂ, ਕਿਉਂਕਿ ਉਹ ਜਿਹੜਾ ਸ਼ਿਮਲੇ ਦਾ ਮਾਲ ਰੋਡ ਆ ਉੱਥੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਪ੍ਰਚਾਰ ਕਰਨ ਰਹੇ ਸੀ। ਉਹਨਾਂ ਵੱਲੋਂ ਕਿਹਾ ਵੀ ਅਸੀਂ ਕਰ ਨਹੀਂ ਸੀ ਰਹੇ, ਤਿਆਰੀ ਕਰ ਰਹੇ ਸੀ, ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤੇ ਇਹਦੇ ਇਲਾਵਾ ਜਿਹੜਾ ਇੱਕ ਹੋਰ ਮਨਾਲੀ ਦੇ ਵਿੱਚ ਕੁਲਵੀਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਵੱਖ-ਵੱਖ ਤੌਰ ਤੇ ਭਾਵੇਂ ਉਹ ਹਵਾਈ ਜਹਾਜ਼ ਵਿੱਚ ਹੋਵੇ ਜਾਂ ਵੱਖ-ਵੱਖ ਲਾਲ ਜਾਂ ਤਾਜ ਮਹਿਲ ਦੇ ਸਾਹਮਣੇ ਖੜ ਕੇ ਪ੍ਰਚਾਰ ਕਰ ਰਿਹਾ ਹੋਵੇ ਸੰਘਰਸ਼ ਦਾ, ਉਹਨੂੰ ਮਨਾਲੀ ਜਿਹੜਾ ਮਾਲ ਰੋਡ ਹੈ ਉੱਥੇ ਉਹ ਹਮਾਇਤ ਕਰ ਰਿਹਾ ਸੀ, ਲੋਕਾਂ ਦੇ ਵਿੱਚ ਜਾਗਰੂਕਤੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਉੱਥੇ ਜਾ ਕੇ ਪਹੁੰਚੋ, ਜਿਹੜਾ ਅੰਦੋਲਨ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਦੱਸ ਰਿਹਾ ਸੀ। ਪਰ ਮਨਾਲੀ ਦੀ ਜਿਹੜੀ ਪੁਲਿਸ ਹੈ ਉਹਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਕੋਈ ਪ੍ਰਚਾਰ ਕਰ ਰਿਹਾ ਕਿਸਾਨੀ ਅੰਦੋਲਨ ਦਾ, ਉਹਨੂੰ 5000 ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ। ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ, ਮੀਡੀਆ ਨੇ ਪੁਲਿਸ ਅਫਸਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਕਿ ਅਜਿਹਾ ਜਿਹੜੇ ਮਾਲ ਰੋਡ ਹੈ ਇਹਨਾਂ ਪਰ ਅਜਿਹਾ ਕੋਈ ਵੀ ਪ੍ਰਦਰਸ਼ਨ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਜੇਕਰ ਕਿਸੇ ਨੇ ਕੋਈ ਅਜਿਹੀ ਕਾਰਵਾਈ ਕਰਨੀ ਹੈ ਤਾਂ ਉਹਨੂੰ ਪ੍ਰਸ਼ਾਸਨ ਵੱਲੋਂ ਇਜਾਜ਼ਤ ਲੈਣੀ ਪਵੇਗੀ। ਕਿਵੇਂ ਵੇਖਦੇ ਹੋ ਜੀ? ਇਸ ਤਰ੍ਹਾਂ ਦੇ ਕਾਨੂੰਨ ਹੈਗੇ ਨੇ, ਨੋ ਡਾਊਟ ਅਬਾਊਟ ਇਟ। ਜਿਸ ਤਰ੍ਹਾਂ ਜਿੱਥੇ ਮੈਨੂੰ ਸ਼ਿਮਲਾ ਦੀ ਮਾਲ ਰੋਡ ਦਾ ਤੇ ਪਤਾ ਹੈ, ਮਨਾਲੀ ਮੈਂ ਕਦੇ ਨਹੀਂ ਗਿਆ, ਉੱਥੇ ਦਾ ਨਹੀਂ ਪਤਾ ਹੈਗਾ। ਮਾਲ ਰੋਡ ਦੇ ਉੱਤੇ ਜੇ ਤੁਸੀਂ ਕੋਈ ਫਿਲਮ ਦੀ ਸ਼ੂਟਿੰਗ ਕਰਨੀ ਹੈਗੀ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਹੈਗਾ, ਉਸ ਤਰ੍ਹਾਂ ਦੀ ਵੀ ਪਰਮਿਸ਼ਨ ਲੈਣੀ ਪੈਂਦੀ ਹੈਗੀ ਹੈ। ਇਹ ਲੋਕਲ ਕਾਨੂੰਨ ਹੈਗਾ ਹੈ, ਕਾਰਪੋਰੇਸ਼ਨ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੇ ਕਾਨੂੰਨ ਬਣਾਉਂਦੀ ਹੈਗੀ ਹੈ ਕਿ ਬਿਨਾਂ ਪਰਮਿਸ਼ਨ ਦੇ ਇੱਥੇ ਤੁਸੀਂ ਸ਼ੂਟਿੰਗ ਨਹੀਂ ਕਰ ਸਕਦੇ ਜਾਂ ਇੱਥੇ ਜਲਸਾ ਨਹੀਂ ਲਗਾ ਸਕਦੇ ਤੇ ਐਜੀਟੇਸ਼ਨ ਨਹੀਂ ਕਰ ਸਕਦੇ। ਇਹ ਜਿਹੜੀ ਗੱਲਾਂ ਜੇ ਉਸ ਦੇ ਜਿਹੜਾ ਸਕਮ ਜੋ ਉਹਦੇ ਜਿਹੜੀ ਉਸ ਕਾਨੂੰਨ ਦੇ ਅਨੁਸਾਰ ਹੋਇਆ ਹੈਗਾ ਕਿ ਹਾਂ ਇੱਥੇ ਤੁਸੀਂ ਬਗੈਰ ਪਰਮਿਸ਼ਨ ਦੇ ਨਹੀਂ ਕਰ ਸਕਦੇ ਸੀ, ਤਾਂ ਮੈਂ ਸਮਝਣਾ ਹੈਗਾ ਕਿ ਮੈਂ ਕਹਾਂਗਾ ਕਿ ਪੁਲਿਸ ਨੇ ਜਾਂ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਕਾਰਵਾਈ ਕੀਤੀ ਉਹਦੀ ਮੈਂ ਹਿਮਾਇਤ ਕਰਾਂਗਾ, ਬਿਲਕੁਲ ਹਿਮਾਇਤ ਕਰਾਂਗਾ। ਕਿਉਂਕਿ ਜਿਹੜੀ ਚੀਜ਼ ਕੋਈ ਕਾਨੂੰਨਨ ਗਲਤ ਹੈਗੀ ਹੈ ਉਹ
ਕਾਨੂੰਨਨ ਗਲਤ ਹੈਗੀ ਹੈ ਤੇ ਗਲਤ ਹੈਗੀ ਹੈ, ਸਿੰਪਲ ਐਸ ਦੈਟ। ਜੇ ਉਹਨਾਂ ਨੇ ਕਰਨਾ ਸੀ ਕੁਝ ਵੀ, ਜੇ ਇਹਦੇ ਬਾਰੇ ਕੋਈ ਪਰਮਿਸ਼ਨ ਲੈ ਲੈਂਦੇ ਕਿ ਅਸੀਂ ਜਾ ਕੇ ਲੋਕਾਂ ਨੇ ਪ੍ਰਚਾਰ ਕਰਨਾ ਹੈ, ਮੈਨੂੰ ਨਹੀਂ ਜਾਪਦਾ ਕਿ ਉਹਦੇ 'ਚ ਕੋਈ ਪ੍ਰੋਬਲਮ ਸੀ। ਉਸ ਵੇਲੇ ਜੇ ਐਡਮਿਨਿਸਟ੍ਰੇਸ਼ਨ ਪਰਮਿਸ਼ਨ ਨਾ ਦਿੰਦੀ ਕਿ ਅਸੀਂ ਪੀਸਫੁਲ ਤਰੀਕੇ ਦੇ ਨਾਲ ਲੋਕਾਂ ਨੂੰ ਜਾਗੂ ਕਰਾਣਾ ਹੈ, ਜਾਣੂ ਕਰਾਣਾ ਹੈ ਇਸ ਚੀਜ਼ ਦੇ ਬਾਰੇ, ਪਰਮਿਸ਼ਨ ਲੈ ਕੇ ਇਸ ਨਾਲ ਕੰਮ ਕਰਦੇ, ਤਾਂ ਮੇਰਾ ਆਮ ਸ਼ੋਰ ਜੇ ਉਸ ਵੇਲੇ ਪਰਮਿਸ਼ਨ ਨਾ ਮਿਲਦੀ ਤਾਂ ਮੈਂ ਦੋਸ਼ੀ ਠਹਿਰਾਉਂਦਾ ਕਾਰਪੋਰੇਸ਼ਨ ਨੂੰ ਜਾਂ ਪੁਲਿਸ ਨੂੰ ਔਰ ਜੋ ਵੀ ਅਥਾਰਟੀਜ਼ ਹੈਗੀਆਂ ਨੇ। ਪਰ ਜਦੋਂ ਉਹਨਾਂ ਦੇ ਕੋਲ ਅਪਰੋਚ ਨਹੀਂ ਕੀਤਾ ਗਿਆ, ਉਹਨਾਂ ਨੇ ਆਪਣੀ ਕਾਰਵਾਈ ਕੀਤੀ ਤੇ ਉਹਨਾਂ ਨੇ, ਮੈਂ ਸਮਝਣਾ ਹੈ ਉਹਨਾਂ ਨੇ ਕਾਰਵਾਈ ਬਿਲਕੁਲ ਸਹੀ ਕੀਤੀ ਹੈਗੀ। ਕਦੋਂ ਇਸ ਤਰ੍ਹਾਂ ਦੀ ਕਿਸੇ ਨੂੰ ਅਵੇਅਰ ਕਰਾਣਾ ਪੀਸਫੁਲ ਤਰੀਕੇ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ ਕੋਈ ਦੋਸ਼ ਨਹੀਂ ਹੈਗਾ। ਪਰਮਿਸ਼ਨ ਲਓ, ਉਹਦੇ ਬਾਅਦ ਜਾ ਕੇ ਕਾਨੂੰਨ ਦੇ ਅਨੁਸਾਰ ਜਾ ਕਰਕੇ ਉੱਥੇ ਲੋਕਾਂ ਦੇ ਨਾਲ ਗੱਲ ਕਰੋ, ਉਹਨਾਂ ਨੂੰ ਬਿਲਕੁਲ ਜਾਣੂ ਕਰਾਓ, ਉਹਨਾਂ ਨੂੰ ਜਾਗਰੂਕ ਕਰਾਓ, ਉਹਨਾਂ ਦੇ ਹੱਕਾਂ ਦੇ ਬਾਰੇ ਜਾਗਰੂਕ ਕਰਾਓ। ਔਰ ਜਾਗਰੂਕ ਕਰਾਉਣਾ ਸਾਡਾ ਕੰਮ ਹੈਗਾ। ਜੇ ਅਸੀਂ ਨਹੀਂ ਕਰਾਵਾਂਗੇ ਜਾਗਰੂਕ ਤੇ ਮੇਰੇ ਖਿਆਲ ਹੈ ਸਾਡੀ ਡੈਮੋਕ੍ਰੇਸੀ ਜਿਹੜੀ ਹੈਗੀ ਇਹਦਾ ਪੱਟਾ ਬਹਿ ਜਾਏਗਾ। ਜੀ, ਜਿਵੇਂ ਸਰ ਨੇ ਬਹੁਤ ਹੀ ਵਧੀਆ ਢੰਗ ਨਾਲ ਕਿਹਾ ਕਿ ਭਾਵੇਂ ਕਿ ਸਾਡੇ ਜਿਹੜੇ ਜਜ਼ਬਾਤ ਹੈ ਇਸ ਅੰਦੋਲਨ ਨਾਲ ਸਮਰਥਕਾਂ ਦੇ ਜੁੜੇ ਹੋਏ ਨੇ, ਪਰ ਜੇਕਰ ਤੁਸੀਂ ਕੋਈ ਪ੍ਰਚਾਰ ਕਰਨਾ ਹੈ ਜਾਂ ਸਮਰਥਨ ਦੇਣਾ ਹੈ ਤਾਂ ਭਾਰਤੀ ਲੋਕਤੰਤਰ ਆ ਜਿਹੜਾ ਕਾਨੂੰਨ ਵਿਵਸਥਾ ਉਹਦੇ ਅੰਤਰਗਤ ਜੇਕਰ ਤੁਸੀਂ ਇਹ ਰਹਿ ਕੇ ਕਰੋਗੇ, ਕਿਉਂਕਿ ਜਿਵੇਂ ਜਿਹੜੇ ਸਾਡੇ ਕਿਸਾਨ ਆਗੂ ਆ ਉਹਨਾਂ ਵੱਲੋਂ ਵੀ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਲੋਕਤੰਤਰ ਦੇ ਵਿੱਚ ਰਹਿ ਕੇ ਸ਼ਾਂਤਮਈ ਢੰਗ ਦੇ ਨਾਲ ਇਹ ਜਿਹੜਾ ਵਰਤਾਰਾ ਹੈ ਇਹਨੂੰ ਚਲਾਇਆ ਜਾਵੇ, ਕਿਉਂਕਿ ਜੇਕਰ ਕੋਈ ਵੀ ਹਿੰਸਾ ਵਾਲੀ ਘਟਨਾ ਹੁੰਦੀ ਆ ਤਾਂ ਉਹਦੇ ਜਿਹੜੇ ਨਤੀਜੇ ਆ ਉਹ ਵੱਡੇ ਭੁਗਤਣੇ ਪੈ ਸਕਦੇ ਨੇ। ਜਿਵੇਂ ਕਿ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾਂਦੀਆਂ, ਕਿਉਂਕਿ ਹੁਣ ਜਿਹੜਾ ਅੰਦੋਲਨ ਆ ਉਹਦਾ ਐਡਾ ਰੂਪ ਧਾਰ ਕਰ ਚੁੱਕਿਆ ਕਿ ਹਰਿਆਣੇ ਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਹੇਰ ਫੇਰ ਆ, ਬਦਲਾਵ ਸਾਨੂੰ ਵੇਖਣ ਨੂੰ ਮਿਲ ਰਹੇ ਨੇ। ਪਿਛਲੇ ਦਿਨੀ ਭਾਜਪਾ ਜਿਹੜੇ ਆਗੂ ਨੇ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਇਹ ਕਹਿ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਕਿ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਆ ਉਹਦੀ ਜਿਹੜੀ ਸਥਿਤੀ ਆ ਉਹ ਖਰਾਬ ਹੋ ਚੁੱਕੀ ਆ, ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ, ਰਾਸ਼ਟਰੀ ਜਿਹੜਾ ਰਾਜ ਆ ਉਹ ਲਾਗੂ ਹੋਣਾ ਚਾਹੀਦਾ। ਪਰ ਜੋ ਇਹ ਰੈਲੀਆਂ ਕਰ ਰਹੇ ਸੀ ਉਹਦੇ ਵਿਰੋਧ ਵਿੱਚ ਵੀ ਜਿਹੜੇ ਕਿਸਾਨੀ ਸਮਰਥਕ ਆ ਉਹ ਆਏ ਨੇ। ਕਿਵੇਂ ਵੇਖ ਰਹੇ ਹੋ ਪੰਜਾਬ ਦੇ ਮਾਹੌਲ ਨੂੰ ਇਸ ਵੇਲੇ? ਦੇਖੋ, ਪੰਜਾਬ ਦਾ ਮਾਹੌਲ ਹੈਗਾ ਕਿ ਜੇ ਲਾਅ ਐਂਡ ਆਰਡਰ ਦੀ ਗੱਲ ਕਰੋ, ਕਾਫੀ ਇੱਕ ਵੱਡਾ ਸਬਜੈਕਟ ਹੈਗਾ, ਜਿਹਦੇ ਚ ਕ੍ਰਾਈਮ ਵੀ ਆਂਦਾ ਹੈਗਾ, ਐਜੀਟੇਸ਼ਨ ਵੀ ਆਂਦਾ, ਹਰ ਚੀਜ਼ ਆਂਦੀ ਹੈਗੀ ਹੈ ਜੀ। ਪਰ ਆਮ ਤੌਰ ਤੇ ਹੁੰਦਾ ਕੀ ਹੈਗਾ ਕਿ ਜਿੰਨੀ ਵੀ ਸਿਆਸੀ ਪਾਰਟੀ ਹੈਗੇ ਨੇ, ਚਾਹੇ ਕੋਈ ਵੀ ਹੋਏ, ਇੱਥੇ ਤੁਸੀਂ ਇੱਕ ਪੋਲੀਟੀਕਲ ਪਾਰਟੀ ਦਾ ਨਾਂ ਲਿੱਤਾ, ਮੈਂ ਕਹਾਂਗਾ ਜਦੋਂ ਦੂਜਿਆਂ ਦਾ ਟਰਨ ਆਂਦਾ ਉਹ ਵੀ ਇਸ ਤਰ੍ਹਾਂ ਕਰਦੇ ਹੈਗੇ ਨੇ। ਹਰ ਚੀਜ਼ ਜਿਹੜਾ ਹੈਗਾ ਇਹਦਾ ਇੱਕ ਸਿਆਸੀਪਨ ਕਰ ਦਿੰਦੇ ਹੈਗੇ ਨੇ, ਪੋਲੀਟਿਸਾਈਜੇਸ਼ਨ ਕਰ ਦਿੰਦੇ ਹੈਗੇ ਨੇ। ਔਰ ਪੋਲੀਟਿਸਾਈਜੇਸ਼ਨ ਵੀ ਇਸ ਕਰਕੇ, ਪੋਲੀਟੀਕਲ ਰੀਜ਼ਨਸ ਕਰਕੇ, ਕਿਉਂਕਿ ਇੰਨਾ ਵੱਡਾ ਮੁੱਦਾ ਬਣ ਚੁੱਕਾ ਹੈਗਾ ਕਿ ਇਹਦਾ ਅਸਰ ਆਉਣ ਵਾਲੇ ਇਲੈਕਸ਼ਨਾਂ ਤੇ ਵੀ ਪਏਗਾ। ਸੈਕੰਡਲੀ ਦੂਜੀ ਸਟੇਟਾਂ ਦਾ ਮੈਨੂੰ ਪਤਾ ਨਹੀਂ, ਪਰ ਜਿਹੜਾ ਸਾਡਾ ਪੰਜਾਬ ਹੈਗਾ, ਹਰਿਆਣਾ ਹੈਗਾ, ਵੈਸਟਰਨ ਯੂਪੀ ਹੈਗਾ, ਜਿੱਥੇ ਸਾਡੇ ਕਿਸਾਨ ਭਰਾ ਉੱਥੇ ਜਾ ਕੇ ਬੈਠੇ ਹੈਗੇ ਨੇ, ਉਸ ਪ੍ਰਦੇਸ਼ ਦੀ ਪੋਲਿਟਿਕਸ ਦੇ ਉੱਤੇ ਆਉਣ ਵਾਲੇ ਇਲੈਕਸ਼ਨਾਂ ਦੇ ਉੱਤੇ ਜ਼ੋਰ ਪਏਗਾ। ਤੇ ਇਹ ਜਿਹੜੇ ਹੈਗੇ ਨੇ ਕੁਝ ਹੋਰ ਪੋਲੀਟੀਕਲ ਐਕਟੀਵਿਟੀਜ਼ ਹੈਗੀਆਂ ਨੇ, ਤੇ ਮੈਂ ਤਾਂ ਇਹਨਾਂ ਨੂੰ ਸਿੱਧਾ ਕਹਿਣਾ ਹੈ ਕਿ ਪੋਲੀਟਿਸਾਈਜੇਸ਼ਨ ਹੈਗਾ, ਗੱਲ ਨੂੰ ਇੱਕ ਪੋਲੀਟੀਕਲ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ। ਲਾਅ ਐਂਡ ਆਰਡਰ ਸਿਚੁਏਸ਼ਨ ਸਰਟੇਨਲੀ ਕਿਸੇ ਵੇਲੇ ਖਰਾਬ ਸੀ, ਹੋ ਸਕਦਾ ਉਸ ਵੇਲੇ ਵੀ ਖਰਾਬ ਹੋਏ, ਕਿਉਂਕਿ ਮੇਰੇ ਕੋਲ ਕੋਈ ਕ੍ਰਾਈਮ ਦਾ ਡੇਟਾ ਨਹੀਂ ਹੈਗਾ। ਜਦੋਂ ਲਾਅ ਐਂਡ ਆਰਡਰ ਮੈਂ ਵੇਖਣਾ ਹੈਗਾ ਕ੍ਰਾਈਮ ਫਿਗਰਸ ਦੇ ਹਿਸਾਬ ਦੇ ਨਾਲ ਕਿ ਕ੍ਰਾਈਮ ਜਿਹੜਾ ਕਿ ਜਨਤਾ ਨੂੰ ਅਸਰ ਕਰ ਰਿਹਾ ਹੈਗਾ, ਜਨਤਾ ਦਾ ਜੀਵਨ ਜਿਹੜਾ ਹੈਗਾ ਹਲਾਕ ਕਰ ਰਿਹਾ ਹੈਗਾ, ਉਹਨੂੰ ਖਰਾਬ ਕਰ ਰਿਹਾ ਹੈਗਾ, ਇਫੈਕਟ ਕਰ ਰਿਹਾ ਹੈਗਾ, ਤੇ ਉਹਦੇ ਬਾਰੇ ਫਿਰ ਕੀ ਹੋਣਾ, ਉਹਦੇ ਬਾਰੇ ਉਹਦਾ ਓਵਰਆਲ ਰਿਜ਼ਲਟ ਕੀ ਹੈਗਾ। ਜੇ ਕੋਈ ਬੰਦਾ ਆਪਣੇ ਜਿਹੜੇ ਇੱਕ ਪੋਲੀਟੀਕਲ ਗੱਲ ਕਰ ਰਿਹਾ ਹੈਗਾ, ਕੁਝ ਬੰਦੇ ਜਿਹੜੇ ਕਿਸਾਨ ਹੈਗੇ ਨੇ ਉਹ ਆਪਣਾ ਸਹੀ ਗੱਲ ਕਰ ਰਹੇ, ਮੈਂ ਉਹਨਾਂ ਦੇ ਨਾਲ ਹੱਕ ਦੇ ਵਿੱਚ ਹੈਗਾ, ਜਿਸ ਤਰ੍ਹਾਂ ਮੈਂ ਕਿਹਾ। ਤੇ ਇਸ ਮੁੱਦੇ ਨੂੰ, ਕਿਸਾਨੀ ਦੇ ਮੁੱਦੇ ਤੇ ਮੈਂ ਸਮਝਦਾ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਚਾਹੇ ਕਾਂਗਰਸ ਹੋਏ, ਚਾਹੇ ਅਕਾਲੀ ਹੋਣ, ਚਾਹੇ ਬੀਜੇਪੀ ਹੋਏ, ਚਾਹੇ ਕਮਿਊਨਿਸਟ ਹੋਏ, ਚਾਹੇ ਐਕਸ ਹੋਏ, ਚਾਹੇ ਵਾਈ ਹੋਏ, ਚਾਹੇ ਜ਼ੈਡ, ਸਿਆਸੀਕਰਨ ਨਹੀਂ ਕਰਨਾ ਚਾਹੀਦਾ ਹੈਗਾ। ਇਹ ਜਿਹੜੇ ਉਹਨਾਂ ਦੇ ਮੁੱਦੇ ਹੈਗੇ ਨੇ, ਜਿਸ ਤਰ੍ਹਾਂ ਮੈਂ ਦੱਸਿਆ ਡਿਟੇਲ ਚ, ਕਿ ਉਹਨਾਂ ਦੇ ਬਾਰੇ ਵਿਚਾਰ ਕਰਕੇ ਫਿਰ ਤੁਸੀਂ ਆਪਣੇ ਫੈਸਲਾ ਲਿਓ ਕਿ ਕੀ ਸਹੀ ਹੈਗਾ, ਕੀ ਗਲਤ ਹੈਗਾ, ਮਨੁੱਖੀ ਢੰਗ ਦੇ ਨਾਲ, ਨਾ ਕਿ ਆਪਣੇ ਪੋਲੀਟੀਕਲ ਪਾਰਟੀ ਦੀ ਆਈਡੀਓਲੋਜੀ ਦੇ ਹਿਸਾਬ ਦੇ ਨਾਲ। ਜੀ, ਜੇਕਰ ਸਰ ਆਪਾਂ ਭਾਰਤ ਦਾ ਜਿਹੜਾ ਇਤਿਹਾਸ ਆ ਉਹਦੇ ਵੱਲ ਜੇ ਪਿੱਛੇ ਝਾਤੀ ਮਾਰੀਏ ਤਾਂ ਉਹਦੇ ਵਿੱਚ ਜਿਹੜੇ ਕਿਸਾਨੀ ਅੰਦੋਲਨ ਆ ਇਹ ਕੋਈ ਪਹਿਲਾ ਕਿਸਾਨੀ ਅੰਦੋਲਨ ਨਹੀਂ ਰਿਹਾ। ਜੇਕਰ ਇਤਿਹਾਸ ਨੂੰ ਵਾਚਿਆ ਜਾਵੇ ਤਾਂ ਜਿਹੜਾ 1907 ਦੇ ਵਿੱਚ ਇੱਕ ਬਹੁਤ ਵੱਡਾ ਲੈਂਡ ਕਲੋਨੀਨਾਈਜੇਸ਼ਨ ਬਿੱਲ ਦੇ ਖਿਲਾਫ ਜਿਹੜਾ ਅੰਦੋਲਨ ਹੋਇਆ ਸੀ, ਉਹਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਿਹੜੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜਾਂ ਉਹਨਾਂ ਦੇ ਜਿਹੜੇ ਚਾਚਾ ਜੀ ਸੀ ਸਰਦਾਰ ਅਜੀਤ ਸਿੰਘ, ਉਹਨਾਂ ਨੇ ਬਹੁਤ ਲੰਬਾ 9 ਮਹੀਨੇ ਦੇ ਲਗਭਗ ਦੱਸਿਆ ਜਾਂਦਾ ਅੰਦੋਲਨ ਚੱਲਿਆ ਸੀ, ਜਿਹਦੇ ਚ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਮ ਨਾਲ ਇਹ ਪ੍ਰਸਿੱਧ ਹੋਇਆ ਸੀ। ਉਹਦੇ ਵਿੱਚ ਉਹਨਾਂ ਨੂੰ ਸਫਲਤਾ ਵੀ ਮਿਲੀ ਸੀ। ਉਸ ਤੋਂ ਬਾਅਦ ਜੇ ਅਸੀਂ ਅੱਗੇ ਗੱਲ ਕਰੀਏ ਤਾਂ ਰਾਮਚੰਦਰ ਗੁਹਾ ਦੀ ਜਿਹੜੀ ਕਿਤਾਬ ਆ ਗਾਂਧੀ ਬਿਫੋਰ ਇੰਡੀਆ,
ਉਹਦੇ ਵਿੱਚ ਸੱਤਿਆਗ੍ਰਹਿ ਦਾ ਜ਼ਿਕਰ ਵੀ ਕੀਤਾ ਗਿਆ, ਜਿਹਦੇ ਵਿੱਚ 1917 ਦੇ ਵਿੱਚ ਬਿਹਾਰ ਦੇ ਜ਼ਿਲ੍ਹਾ ਚੰਪਰਨ ਦੇ ਵਿੱਚ ਜਗੀਰਦਾਰਾਂ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਅੰਦੋਲਨ ਆ ਉਹ ਹੋਇਆ। ਬਾਅਦ ਵਿੱਚ ਇਹਨੂੰ ਬਿਹਾਰ ਚੰਪਾਰਨ ਖੇਤੀ ਜਿਹੜਾ ਕਾਨੂੰਨ ਆ ਉੱਥੇ ਵੀ ਉਹ ਲਾਗੂ ਹੋਇਆ ਸੀ। ਉਸ ਤੋਂ ਬਾਅਦ 1946 ਤੋਂ ਲੈ ਕੇ 1951 ਤੱਕ ਤੇਲੰਗਾਨਾ ਵਿੱਚ ਵੀ ਇੱਕ ਜਿਹੜਾ ਬਹੁਤ ਵੱਡਾ ਖੇਤੀ ਸੰਘਰਸ਼ ਉਹ ਹੋਇਆ ਸੀ, ਉਹ ਬਹੁਤ ਭਾਰਤ ਦੇ ਇਤਿਹਾਸ 'ਚ ਭੂਮਿਕਾ ਰੱਖਦਾ। ਉੱਥੇ ਵੀ ਜਗੀਰਦਾਰਾਂ ਦੇ ਖਿਲਾਫ ਹੈ ਜਿਹੜਾ ਉੱਥੇ ਦੇ ਛੋਟੇ ਕਿਸਾਨ ਸੀ ਉਹਨਾਂ ਵੱਲੋਂ ਇਹ ਜਿਹੜਾ ਹੋਇਆ। ਸਰ ਗੱਲ ਜਿਹੜੀ ਮੁੱਖ ਇਹ ਹੈ ਕਿ ਜਦੋਂ ਵੀ ਖੇਤੀ ਕਾਨੂੰਨ ਆ ਜਿਹੜੇ ਉਹ ਕੋਈ ਬਣਦੇ ਨੇ ਜਾਂ ਕਿਸਾਨਾਂ ਨੂੰ ਲੱਗ ਰਿਹਾ ਕਿ ਜਿਹੜੇ ਸਾਡੇ ਅਧਿਕਾਰ ਆ ਉਹਨਾਂ ਤੇ ਲੁੱਟ ਹੋਵੇਗੀ ਜਾਂ ਸਾਡੀਆਂ ਜ਼ਮੀਨਾਂ ਜਾਣਗੀਆਂ, ਇਹ ਇਤਿਹਾਸ ਦਰਾ ਰਿਹਾ ਹੈ ਕਿ ਲੋਕ ਇਕਮੁੱਠ ਹੋਏ ਨੇ, ਏਕਤਾ ਉਹਨਾਂ ਨੇ ਜ਼ਾਹਰ ਕੀਤੀ ਹੈ। ਪਰ ਜਿਹੜਾ ਇਹ ਅੰਦੋਲਨ ਹੈ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆ ਉੱਥੇ ਮੋੜ ਤੇ ਫਿਰ ਆ ਕੇ ਖੜਕ ਚੁੱਕਿਆ ਕਿ ਕਿਸਾਨਾਂ ਨੂੰ ਇਹ ਸੀ ਕਿ ਜਗੀਰਦਾਰਾਂ ਦੀ ਜਗ੍ਹਾ ਕੋਆਪਰੇਟ ਆ ਜਿਹੜੇ ਉਹ ਸਾਡੀਆਂ ਜ਼ਮੀਨਾਂ ਤੇ ਅਧਿਕਾਰ ਕਰਨਗੇ। ਪਰ ਜੇ ਇਤਿਹਾਸ ਤੋਂ ਵੇਖਿਆ ਜਾਵੇ ਇਹ ਸਹੀ ਦਿਸ਼ਾ ਵਿੱਚ ਜਾ ਰਿਹਾ। ਜਿਹੜੇ ਕੇਂਦਰ ਸਰਕਾਰ ਹੈ ਜਾਂ ਜਿਹੜੇ ਸਰਕਾਰ ਦੇ ਹਮਾਇਤੀ ਨੇ ਜਾਂ ਜਿਹੜੇ ਬਿੱਲ ਦੇ ਹਮਾਇਤੀ ਨੇ ਉਹਨਾਂ ਨੂੰ ਇਤਿਹਾਸ ਤੋਂ ਸੇਧ ਦੇਣ ਦੀ ਕੀ ਜ਼ਰੂਰਤ ਨਹੀਂ ਹੈਗੀ ਕਿ ਜਿਹੜੇ ਇਹ ਇਤਿਹਾਸ ਹੈ ਇਹਦੇ ਵਿੱਚ ਜਿਹੜਾ ਅੰਦੋਲਨ ਹੈ ਇਹ ਕੋਈ ਨਵਾਂ ਅੰਦੋਲਨ ਨਹੀਂ ਹੋਇਆ। ਲੋਕ ਜਦੋਂ ਜਾਗਰੂਕ ਹੁੰਦੇ ਨੇ ਤਾਂ ਉਹ ਇੱਕ ਅੰਦੋਲਨ ਦਾ ਰੂਪ ਲੈ ਲੈਂਦੇ ਨੇ, ਪਰ ਇਸ ਅੰਦੋਲਨ ਨੂੰ ਖੰਡਨ ਕਰਨ ਦੀ ਕੋਸ਼ਿਸ਼ਾਂ ਕਿਉਂ? देखो पहले नो डाउट एजिटेशन होए हैगे ने, जिहड़े फार्मर्स इशू हैगे ने उन्हां ते काफ़ी एजिटेशनस होए हैगे ने, पर वो सारी गल्लां जिहड़ी हैगियां ने एक इतिहास दी गल्लां हैगियां ने जी। हुण किहड़ा बंदा जाके सरकारां नूं या फिर अथॉरिटीज़ नूं जाके समझाए कि हाँ जी इत्थे भी होया सी, इत्थे भी होया सी। और दूजी गल हुंदी है कि जिहड़ा एजिटेशन हुंदा है उहदा कोई पैरेलल नहीं हुंदा हैगा। उस वेले अंग्रेज़ां दे ज़माने तो एक प्रथा चली आ रही सी जगीरदारी दी, जमींदारी दी, व्हाटएवर इट इज, जिन्नू की ਤੋੜਨ ਲਈ, ਜਿਹਨੂੰ ਖਤਮ ਕਰਨ ਲਈ ਲੋਕੀ ਜਿਹੜੇ ਹੈਗੇ ਨੇ ਖੜੇ ਹੋ ਗਏ ਸਨ। ਪਰ ਹੁਣ ਜਿਹੜੀ ਇੱਕ ਆਮ ਤੌਰ ਤੇ ਗੱਲ ਆ ਰਹੀ ਹੈ ਜਿਹੜੀ ਕਿ ਚਰਚਾ ਦਾ ਵਿਸ਼ਾ ਹੈਗਾ ਕਿ ਇੱਥੇ ਇੱਕ ਤਰੀਕੇ ਦੀ ਫੇਰ ਸ਼ਾਇਦ ਜਗੀਰਦਾਰੀ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ ਕਾਰਪੋਰੇਟਸ ਦੇ ਹੱਕ ਦੇ ਵਿੱਚ ਜੀ। ਇੱਕ ਦੂਜੀ ਗੱਲ ਹੈਗੀ ਹੈ ਜੇ ਪਹਿਲਾ ਕੋਈ ਸਿਸਟਮ ਹੈਗਾ ਉਹਨੂੰ ਭੰਨਣ ਲਈ ਉਹਦੇ ਖਿਲਾਫ ਆਵਾਜ਼ ਉਠਾਉਣਾ ਇੱਕ ਗੱਲ ਹੈਗਾ, ਔਰ ਦੂਜਾ ਕਿ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਜਾਪਦਾ ਹੈਗਾ ਕਿ ਹਾਂ ਇਸ ਤਰ੍ਹਾਂ ਦਾ ਹੁਣ कॉर्पोरेटाइजेशन हो जाएगा तो अगेन इट विल अमाउंट टू द सेम थिंग योर जैसा एजुटेशन हो से जमींदारी दे या व्हाटएवर इट इज जागीरदारी दे ये उस तरह की प्रथा आ रही हैगी। ये दोवें गल्लां वक हैगियां ने, पर मैं समझना हैगा कि ਜਿਹੜਾ ਇਤਿਹਾਸ ਨਿਕਲ ਗਿਆ ਹੈਗਾ ਅਸੀਂ ਇਤਿਹਾਸ ਦੀ ਬੁੱਕ 'ਚ ਪੜ੍ਹਦੇ ਹੈਗੇ, ਠੀਕ ਹੈਗਾ, ਉਹਨੂੰ ਹਰ ਵਾਰ ਯਾਦ ਰੱਖਣਾ ਔਖਾ ਹੈਗਾ। ਇਹ ਜਿਹੜੀ ਘਟਨਾ ਸਾਡੇ ਸਾਹਮਣੇ ਵਾਪਰ ਰਹੀ ਹੈਗੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਤੇ ਪੀਸਫੁਲ फार्मर्स एजिटेशन नहीं वेखिया हैगा। जिस तरह मैं कहा कि इनू मैं कहना हैगा एजिटेशन लेस एजिटेशन जिहदे च लोकां दे विचकार रो ते हैगा पर रो प्रकट नहीं कर रहे हैगे ने, वायलेंस नहीं कर रहे हैगे, पीसफुल तरीके नाल कर रहे हैगे। ਇਹਦਾ मैं समझना हैगा कोई भी पैरेलल नहीं हो सकता। जे तुसीं ज़मींदारी दी गल करो उत्थे उस वेले वायलेंस भी होया सी कई थावां ते, ਕਾਫੀ ਉਹਦੇ 'ਚ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੋਈਆਂ ਸਨ ਜਿਹੜੇ ਕਾਨੂੰਨ ਨੂੰ ਤੋੜਿਆ ਗਿਆ ਸੀ। ਪਰ ਇਸ ਐਜੀਟੇਸ਼ਨ ਦੇ ਵਿੱਚ ਅਜੇ ਤੱਕ ਕੋਈ ਵੀ ਕਾਨੂੰਨ ਨਹੀਂ ਤੋੜਿਆ ਗਿਆ ਹੈਗਾ। ਇੱਕ ਸ਼ਾਂਤੀਮਈ ਤਰੀਕੇ ਨਾਲ, ਪੀਸਫੁਲ ਤਰੀਕੇ ਦੇ ਨਾਲ ਇਹ ਲਗਾਤਾਰ ਚੱਲ ਰਿਹਾ ਹੈਗਾ ਤੇ ਇਹਦਾ ਕੋਈ ਪੈਰਲਲ ਨਹੀਂ ਹੋ ਸਕਦਾ ਹੈਗਾ। ਤੇ ਸਰਕਾਰਾਂ ਨੂੰ ਜਿਸ ਤਰ੍ਹਾਂ ਪਹਿਲੇ ਕਿਹਾ ਜਾਂ ਆਫੀਸਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਹਿਸਟਰੀ ਕੌਣ ਸਮਝਾਏ, ਉਹਨਾਂ ਨੇ ਵੀ ਹਿਸਟਰੀ ਪੜ੍ਹ ਕੇ ਆਈਏਐਸ ਦਾ ਐਗਜ਼ਾਮ ਜਾਂ ਆਈਪੀਐਸ ਦਾ ਐਗਜ਼ਾਮ ਜਾਂ ਦੂਜੇ ਐਗਜ਼ਾਮ ਪਾਸ ਕੀਤੇ ਹੋਣੇ ਨੇ। ਜੇ ਉਸ ਪਾਸੇ ਨਹੀਂ ਵੇਖਣਾ ਚਾਹੁੰਦੇ ਨਾ ਵੇਖਣ, ਪਰ ਜਿਹੜੀ ਅੱਜ ਦੀ ਸਮੱਸਿਆ ਹੈਗੀ ਹੈ ਜਿਹਦਾ ਕਿ ਪੂਰੀ ਇੱਕ ਦੁਨੀਆ ਦੇ ਵਿੱਚ ਗੱਲ ਫੈਲ ਗਈ ਹੈਗੀ ਹੈ ਤੇ ਰੋਜ਼ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੋਂ ਪ੍ਰਗਟ ਹੋ ਰਿਹਾ ਹੈ, ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਸਾਰਿਆਂ ਤੋਂ ਪਹਿਲੇ ਕਰਨੀ ਚਾਹੀਦੀ ਹੈ, ਉਹ ਵੀ ਕਾਨੂੰਨ ਦੇ ਤਰੀਕੇ ਦੇ ਨਾਲ, ਕਾਨੂੰਨ ਦੇ ਦਾਇਰੇ ਦੇ ਵਿਚਕਾਰ ਰੱਖ ਕਰ। ਜੀ ਜੀ ਜਾਂਦੇ ਜਾਂਦੇ ਸਰ ਇੱਕ ਅਸੀਂ ਚਾਹਾਂਗੇ ਜਿਹੜਾ ਇਹ ਅੰਦੋਲਨ ਹੈ ਇਹਦੇ ਸੰਬੰਧ ਦੇ ਵਿੱਚ ਤੁਸੀਂ ਛੋਟਾ ਜਿਹਾ ਸੰਦੇਸ਼ ਸਾਡੇ ਜਿਹੜੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਲੋਕ ਹੈ ਕੀ ਆਪਣੇ ਨਿੱਜੀ ਤੌਰ ਤੇ ਸੰਦੇਸ਼ ਦੇਣਾ ਚਾਹੋਗੇ ਇਸ ਅੰਦੋਲਨ ਦੇ ਸੰਬੰਧ ਵਿੱਚ? ਮੇਰਾ ਸਿਰਫ ਇਹੀ ਸੰਦੇਸ਼ ਹੈਗਾ, ਬਲਕਿ ਦੋ ਸੰਦੇਸ਼ ਹੈਗੇ ਨੇ। ਇੱਕ ਤੇ ਸਰਕਾਰ ਲਈ, ਇੱਕ ਸਾਡੇ ਜਿਹੜੇ ਕਿਸਾਨ ਭਰਾ ਹੈਗੇ ਨੇ ਉਹਨਾਂ ਦੇ ਲਈ। ਸਰਕਾਰ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਵੀ ਹੈਗਾ ਇੱਕ ਵਿਦਆਊਟ ਇੱਕ ਆਪਣੀ ਈਗੋ ਇਸ਼ੂ ਨਾ ਬਣਾ ਕਰਕੇ ਇਹਦੇ ਜਿਹੜਾ ਹੈਗਾ ਇਹਨੂੰ ਐਗਜ਼ਾਮਿਨ ਕਰਨਾ ਚਾਹੀਦਾ ਹੈਗਾ ਕਿ ਇਹ ਇਸ਼ੂ ਹੈਗੇ ਨੇ ਇਹਦਾ ਕੀ ਅਲਟੀਮੇਟ ਅਸਰ ਹੋ ਸਕਦਾ ਹੈਗਾ। ਅਸੀਂ ਜਿਹੜਾ ਭਾਰਤ ਹੈਗਾ ਵੀ ਆਰ ਅ ਡੈਮੋਕ੍ਰੈਟਿਕ ਸੋਸ਼ਲਿਸਟ ਕੰਟਰੀ, ਕੀ
ਕੰਮ ਜਿਹੜਾ ਹੈਗਾ ਪੂਰਾ ਸੋਸ਼ਲਾਈਜੇਸ਼ਨ ਦੇ ਵਿਚਕਾਰ ਆ ਰਿਹਾ ਹੈਗਾ, ਸੋਸ਼ਲ ਦੇ ਵਿੱਚ ਆ ਰਿਹਾ, ਜਾਂ ਫਿਰ ਆ ਰਿਹਾ ਹੈਗਾ ਕੈਪੀਟਲਿਜ਼ਮ ਦੇ ਕੋਲ। ਤੇ ਕਿਸਾਨ ਜਿਹੜੇ ਹੈਗੇ ਨੇ ਦੂਜੇ ਹੈਗੇ, ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਪੀਸਫੁਲ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਕਾਰ ਰਹਿ ਕਰਕੇ ਆਪਣੇ ਅਧਿਕਾਰਾਂ ਦਾ ਯੂਜ਼ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਵਿਚਾਰ ਦਿੱਤੇ ਜੀ। ਖੇਮਾ ਦੇ ਜਾਚਕ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੋ ਗਿਆ ਜੀ, ਧੰਨਵਾਦ।